ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੋਈ ਹੈ। ਸ਼ਾਮ ਦੇ ਸਮੇਂ ਗੁਰੂ ਮਹਾਰਾਜ ਦੇ ਦਰ ਘਰ ਦੀ ਹਾਜ਼ਰੀ ਸਤ ਸੰਗਤ ਘੜੀਆਂ ਪ੍ਰਾਪਤ ਹੋਈਆਂ ਹਨ। ਗੁਰੂ ਸਾਹਿਬ ਦੀ ਮਿਹਰ ਸਦਕਾ ਜੋ ਗੁਰੂ ਘਰਾਂ ਦੀ ਮਰਜ਼ਾਦਾ ਹੈ, ਸ਼ਾਮ ਦਾ ਸਮਾਂ ਇਤਿਹਾਸ ਦੀ ਕਥਾ ਦਾ ਸਮਾਂ ਹੈ। ਵੱਖ-ਵੱਖ ਗ੍ਰੰਥਾਂ ਦੀ ਜੋ ਲੜੀਵਾਰ ਕਥਾ ਚੱਲਦੀ ਹੈ, ਇਸੇ ਅਧੀਨ ਬਹੁਤ ਹੀ ਸਤਿਕਾਰਯੋਗ ਮਹਾਨ ਵਿਦਵਾਨ ਪੰਥ ਰਤਨ ਗਿਆਨੀ ਗਿਆਨ ਸਿੰਘ ਜੀ, ਉਹਨਾਂ ਦੁਆਰਾ ਰਚਿਤ ਤਵਾਰੀਖ ਗੁਰੂ ਖਾਲਸਾ। ਇਹ ਗ੍ਰੰਥ ਦੀ ਲੜੀਵਾਰ ਜੋ ਕਿ ਬਹੁਤ ਸੰਖੇਪ ਇਤਿਹਾਸ ਹੈ, ਵਾਰਤਕ ਸਾਖੀਆਂ ਨੇ। ਆਪਾਂ 10ਵੇਂ ਪਾਤਸ਼ਾਹ ਮਹਾਰਾਜ ਜੀ ਦੀਆਂ ਜੀਵਨ ਸਾਖੀਆਂ ਸਰਵਣ ਕਰ ਰਹੇ ਹਾਂ, ਮਾਲਵੇ ਦੀਆਂ। ਕਿ ਗੁਰੂ ਸਾਹਿਬ ਜੀ ਦਮਦਮਾ ਸਾਹਿਬ ਬਰਾਜੇ ਹੋਏ ਨੇ, ਆਲੇ ਦੁਆਲੇ ਹੋਰ ਕਿੰਨੇ ਕੌਤਕ ਕੀਤੇ ਭਾਈ ਭਗਤੂ ਕਿਆਂ ਤੇ, ਫਿਰ ਮਹਾਰਾਜ ਨੇ ਕਿਵੇਂ ਬਖਸ਼ਿਸ਼ਾਂ ਕੀਤੀਆਂ ਹਨ। ਇਉਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸੰਗਤਾਂ ਨੂੰ ਵੀ ਕਿ ਜੇ ਕੋਈ ਰਸਤੇ ਵਿੱਚ ਤੁਰਕ ਲੁੱਟਦਾ ਹੈ, ਮਹਾਰਾਜ ਨੂੰ 2-3 ਇਸ ਤਰ੍ਹਾਂ ਦੇ ਕਿਹਾ, ਮਹਾਰਾਜ ਫਲਾਣੀ ਜਗ੍ਹਾ ਸੰਗਤ ਨੂੰ ਤੁਰਕਾਂ ਨੇ ਲੁੱਟ ਲਿਆ, ਫਲਾਣੀ ਜਗ੍ਹਾ। ਮਹਾਰਾਜ ਜੀ ਕਹਿੰਦੇ ਇਹ ਕਦੋਂ ਸੁਣਾਂਗੇ ਵੀ ਤੁਰਕਾਂ ਨੂੰ ਸੰਗਤ ਨੇ ਲੁੱਟਿਆ। ਸਮਾਂ ਆਉਣਾ ਮੈਂ ਐਸਾ ਖਾਲਸੇ ਨੂੰ ਇਹ ਕਿਰਪਾ ਕਰਨੀ ਹੈ, ਚਿੜੀਆਂ ਤੋਂ ਬਾਜ ਤੜਾਉਣੇ ਆ, ਕਿ ਐਸਾ ਸਮਾਂ ਮਹਾਰਾਜ ਜੀ ਕਹਿੰਦੇ ਜਗ੍ਹਾ ਜਗ੍ਹਾ ਸੁਣਿਆ ਕਰੋਗੇ, ਖਾਲਸੇ ਨੇ ਉੱਥੇ ਤੁਰਕਾਂ ਨੂੰ ਸੋਧੇ ਲਾਤੇ, ਖਾਲਸੇ ਨੇ ਉੱਥੋਂ ਤੁਰਕ ਲੁੱਟ ਲਏ। ਇਸ ਤਰ੍ਹਾਂ ਦੀਆਂ ਜਿਹੜੀਆਂ ਬਚਨ ਹੁੰਦੇ ਆ, ਕੌਤਕ ਕਰ ਰਹੇ ਨੇ। ਤਾਂ ਮਹਾਰਾਜ ਜੀ ਫਿਰ ਅਗਲਾ ਦਿਨ ਹੋਇਆ, ਕੜਾਹ ਪ੍ਰਸ਼ਾਦ ਕਰਾ ਕੇ ਮਹਾਰਾਜ ਨੇ ਹੁਕਮ ਕਰਤਾ, ਕਹਿੰਦੇ ਸੰਗਤ ਜੀ ਲੁੱਟ ਲਓ। ਸਾਰੇ ਸਿੱਖ ਲੁੱਟ ਉੱਠਣ ਪਏ। ਫਿਰ ਅਨੇਕਾਂ ਬੈਠੇ ਰਹੇ। ਫਿਰ ਦੁਬਾਰਾ ਤਿਆਰ ਕਰਾ ਕੇ ਮਹਾਰਾਜ ਕਹਿੰਦੇ ਭਾਈ ਜੀ ਨਹੀਂ ਲੁੱਟਿਆ, ਹੁਣ ਲੁੱਟੋ। ਹੁਣ ਲੁੱਟਣ ਦਾ ਹੁਕਮ ਕਰਤਾ। ਇਸੇ ਤਰ੍ਹਾਂ 3 ਵਾਰੀ ਕੜਾਹ ਪ੍ਰਸ਼ਾਦ ਨੂੰ ਲੁਟਾਉਣਾ, ਭਾਵ ਆਪੋ ਆਪਣੇ ਦਵਾ ਦਵ ਗੱਫੇ ਭਰ ਲਓ। ਫਿਰ ਵੀ ਜਿਹੜੇ ਬੈਠੇ ਰਹੇ ਉਹਨਾਂ ਵੱਲ ਦੇਖ ਕੇ ਮਹਾਰਾਜ ਕਹਿੰਦੇ ਭਾਈ ਤੁਸੀਂ ਕਿਉਂ ਨਹੀਂ ਲੁੱਟਿਆ?
ਉਹਨਾਂ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜਾ ਵਰਤਾਰਾ ਮਿਲਦਾ ਹੈ ਉਹ ਛਕ ਲੈਂਦੇ ਆ, ਅਸੀਂ ਲੁੱਟਣ ਵਾਲਿਆਂ ਵਿੱਚੋਂ ਨਹੀਂ। ਬਚਨ ਹੋਇਆ ਨਿਹਾਲ ਸਿੱਖੋ ਨਿਹਾਲ, ਖਾਲਸੇ ਵਿੱਚ ਤੁਸਾਂ ਸੰਤੋਖ ਰੱਖਿਆ, ਇੰਨਾ ਉਦਮ ਰੱਖਿਆ ਤੁਸੀਂ ਸੰਤੋਖੀ ਬੈਠੇ ਛਕੋ। ਭਜਨ ਭਗਤੀ ਕਰਨ ਵਾਲੇ ਸੰਤ ਖਾਲਸਾ ਰਹੇ। ਇਹ ਸ਼ਾਸਤਰ ਧਾਰੀ ਮਹਾਰਾਜ ਕਹਿੰਦੇ ਇਹ ਮਾਰ ਧਾੜ ਦਾ ਉਦਮ ਕਰਨ ਵਾਲੇ, ਇਹਨਾਂ ਨੂੰ ਜੰਗੀ ਖਾਲਸਾ, ਇਹ ਤੁਹਾਡੀ ਸੇਵਾ ਕਰਨ ਵਾਲੇ ਰਹੇ। ਇਹ ਮਹਾਰਾਜ ਨੇ ਖਾਲਸੇ ਦੇ ਦੋ ਰੂਪ ਬਣਾਤੇ, ਇੱਕ ਭਜਨ ਭਗਤੀ, ਹੁਣ ਬੰਦਗੀ ਅੰਮ੍ਰਿਤ ਛਕਿਆ ਉਹਨਾਂ ਦਾ ਵੀ। ਐਸੇ ਕਿੰਨੇ ਮਹਾਂਪੁਰਸ਼ ਹੋਏ ਦੁਨੀਆ ਤੇ ਹੁਣ ਤੱਕ ਨੇ ਜਿਨ੍ਹਾਂ ਨੇ ਕੇਵਲ ਭਜਨ ਬੰਦਗੀ ਕੀਤੀ। ਇੱਕ ਉਹ ਨੇ ਜਿਹੜੇ ਜੰਗ ਯੁੱਧ ਕਰਦੇ ਰਹੇ। ਤੇ ਇਸ ਤਰ੍ਹਾਂ ਦੋ ਭਾਂਤ ਦੇ ਪੰਥ ਦੀ ਲੋੜ ਸੀ, ਮਹਾਰਾਜ ਜੀ ਕਹਿੰਦੇ ਉਹ ਪੂਰੀ ਹੋ ਗਈ। ਸੰਗਤ ਨੇ ਜਿਹੜੀ ਕਾਰ ਭੇਟ ਚੜਾਈ ਸੀ, ਉਹ ਗੁਰੂ ਸਾਹਿਬ ਨੇ ਨੌਕਰਾਂ ਨੂੰ ਤਲਬ ਦੇ ਕਰ ਜਦੋਂ ਡੱਲੇ ਨੂੰ ਆਖਿਆ ਵੀ ਡੱਲਿਆ ਤੂੰ ਵੀ ਤਲਬ ਲੈ ਲਾ, ਤਾਂ ਉਹਨੇ ਇਹ ਬਚਨ ਸੁਣ ਕੇ ਪ੍ਰਾਰਥਨਾ ਕੀਤੀ, ਪਾਤਸ਼ਾਹ ਮੀਂਹ ਮਿਲ ਜੇ, ਕਿਉਂਕਿ ਔੜ ਲੱਗੀ ਹੋਈ ਹੈ, ਖੇਤੀਆਂ ਸੁੱਕਦੀਆਂ, ਜੋ ਹੁਣ ਮੀਂਹ ਨਾ ਬਖਸ਼ੋਗੇ ਤਾਂ ਕਾਲ ਪੈ ਜਾਊਗਾ, ਮੁਲਕ ਉੱਜੜ ਜਾਊ, ਗਊਆਂ ਮਈਆਂ ਭੁੱਖੀਆਂ ਮਰ ਜਾਣਗੀਆਂ। ਹੁਕਮ ਹੋਇਆ ਡੱਲਿਆ ਰੋਜ਼ੀਨਾ ਲੈ ਲੈ, ਮੀਂਹ ਸਾਡੀ ਬਗਲ ਵਿੱਚ ਨਹੀਂ। ਅਗਲੇ ਦਿਨ ਫੇਰ ਰੋਜ਼ੀਨਾ ਲੈਣ ਵਾਸਤੇ ਗੁਰੂ ਸਾਹਿਬ ਨੇ ਡੱਲੇ ਨੂੰ ਆਖਿਆ। ਫੇਰ ਉਹਨੇ ਮੀਂਹ ਮੰਗਿਆ, ਮਹਾਰਾਜ ਰੋਜ਼ੀਨਾ ਨਹੀਂ, ਕਿਰਪਾ ਕਰ ਦਿਓ ਮੀਂਹ ਦੇ ਦਿਓ। ਇਸੇ ਤਰ੍ਹਾਂ 3 ਦਿਨ ਮਹਾਰਾਜ ਦੇ ਬਚਨ ਹੁੰਦੇ ਰਹੇ। ਅਖੀਰ ਫਿਰ ਜਦੋਂ ਉਹਨੇ ਇਹੀ ਗੱਲ ਕਹੀ, ਨਹੀਂ ਮਹਾਰਾਜ ਮੀਂਹ, ਮੇਰੇ ਦੇਸ਼ 'ਚ ਕਾਲ ਪਿਆ, ਪਸ਼ੂ ਪੰਛੀ ਭੁੱਖੇ ਮਰਦੇ ਐ, ਫਸਲਾਂ ਨਹੀਂ ਹੁੰਦੀਆਂ। ਗੁਰੂ ਮਹਾਰਾਜ ਫਿਰ ਅਖੀਰ ਬੋਲੇ, ਕਹਿਣ ਲੱਗੇ ਭਾਈ ਸਿੱਖੋ ਇਹ ਜੱਟ ਪਿੰਨੇ ਤਾਂ ਕੰਧ ਥੀ ਕਿੰਨੇ, ਜੱਟ ਦਾ ਬੋਲ ਬਾਣੀਏ ਦੀ ਚੁੱਪ। ਇਉਂ ਮਹਾਰਾਜ ਕਹਿੰਦੇ ਜੱਟ ਪਿੰਨੇ ਤਾਂ ਕੰਧ ਥੀ ਕਿੰਨੇ, ਕਹਿੰਦੇ ਜੇ ਤਾਂ ਇਹ ਮੰਗਣ ਤੇ ਆ ਜੇ ਤਾਂ ਕੰਧਾਂ ਵੀ ਜਿਹੜੀਆਂ ਨੇ ਥੰਦੀਆਂ ਕਰ ਲੈਂਦਾ ਮੰਗ ਮੰਗ। ਤੇ ਜੱਟ ਦਾ ਬੋਲ ਬਾਣੀਏ ਦੀ ਚੁੱਪ, ਗੁਰੂ ਦਾ ਵਾਕ ਬ੍ਰਾਹਮਣ ਦਾ ਕੀਤਾ ਸਾਕ, ਇਹ ਮਹਾਰਾਜ ਕਹਿੰਦੇ ਅਟਲ ਹੁੰਦੇ ਆ। ਅੱਛਾ ਡੱਲਿਆ ਜਾਂ ਫਿਰ ਛੱਪੜ ਸਾਫ਼ ਕਰਾ, ਮੀਂਹ ਆਇਆ। ਡੱਲੇ ਨੇ ਬਚਨ ਮੰਨ ਕੇ ਢੋਲ ਵਜਾਤੇ, ਸਾਰੇ ਪਿੰਡਾਂ ਵਿੱਚ ਹੁਕਮ ਭੇਜਤੇ, ਜਿੰਨੇ ਟੋਭੇ ਸੀ ਸਾਫ਼ ਕਰਾਤੇ। ਤੇ ਜੱਟਾਂ ਨੂੰ ਕਹਿਤਾ, ਮਹਾਰਾਜ ਕਹਿੰਦੇ ਡੱਲਿਆ ਸਾਰਿਆਂ ਨੂੰ ਕਹਦੇ ਆਪਦੀਆਂ ਵੱਟਾਂ ਤਕੜੀਆਂ ਕਰ ਲਓ। ਵੱਟਾਂ ਵੀ ਤਕੜੀਆਂ ਕਰ ਲੀਆਂ। ਫਿਰ ਮਹਾਰਾਜ, ਹੁਣ ਮਹਾਰਾਜ ਕੀ ਹੁਕਮ ਹੈ? ਗੁਰੂ ਸਾਹਿਬ ਨੇ ਡੱਲੇ ਨੂੰ ਹੁਕਮ ਕੀਤਾ, ਚੱਕ ਸਾਡੀ ਜੁੱਤੀ ਲੈ ਲੈ, 7 ਵਾਰੀ ਇੰਦਰ ਦਾ ਨਾਮ ਲੈ ਕੇ ਆਕਾਸ਼ ਵੱਲ ਨੂੰ ਮਾਰ। ਭਾਈ ਡੱਲੇ ਨੇ ਉਹੀ ਕੰਮ ਕੀਤਾ। ਐਸਾ ਬੱਦਲ ਚੜ੍ਹਿਆ, ਐਸੀ ਡਾਢੀ ਬਰਖਾ ਹੋਈ, 8 ਦਿਨ ਝੜੀ ਲੱਗੀ ਰਹੀ। ਫਿਰ ਲੋਕ ਆ ਕੇ ਪੁਕਾਰੇ, ਮਹਾਰਾਜ ਕਿਰਪਾ ਕਰੋ ਹੁਣ ਇਹਨੂੰ ਬੰਦ ਕਰ ਦਿਓ ਬਰਖਾ ਨੂੰ। ਗੁਰੂ ਸਾਹਿਬ ਨੇ ਫੇਰ ਉਵੇਂ, ਲੈ ਡੱਲਿਆ ਆ ਚੱਕ ਸਾਡਾ ਜੁੱਤਾ ਜੋੜਾ, ਹੁਣ 7 ਵਾਰੀ ਮਾਰ, ਕਹਿ ਇੰਦਰ ਹਟ ਜਾ ਹੁਣ। ਤੇ ਇਉਂ ਡੱਲੇ ਤੋਂ ਜੋੜੇ ਲਵਾਏ, ਫੇਰ ਬੰਦ ਹੋਈ ਬਰਖਾ। ਬਰਖਾ ਹੋਈ ਤੋਂ ਪਿੱਛੋਂ ਫਿਰ ਸਾਰੇ ਦੇਸ਼ ਵਿੱਚ ਉੱਥੇ ਐਸਾ ਹੋਇਆ ਕਿ ਤਾਪ ਫੈਲ ਗਿਆ, ਬੁਖਾਰ ਐਸਾ ਫੈਲਿਆ, ਘਰ ਘਰ 2-2 4-4 ਮੰਜੇ ਜਿਹੜੇ ਆ ਹੁੰਗਣ ਲੱਗ ਪਏ। ਹੋਰ ਤਾਂ ਬੜੇ ਉਪਾਅ ਜੇ ਕੀਤੇ, ਕਿਵੇਂ ਨਾ ਹਟਦਾ ਦੇਖ ਕੇ। ਫਿਰ ਮਲਵਈ ਸਿੱਖਾਂ ਨੇ ਇਕੱਠੇ ਹੋ ਕੇ ਜਦੋਂ ਗੁਰੂ ਸਾਹਿਬ ਅੱਗੇ ਬੇਨਤੀ ਕੀਤੀ, ਬਚਨ ਹੋਇਆ ਭਾਈ ਤੁਸੀਂ ਸਭ ਲੋਕ ਕੇਸ ਰੱਖੋ, ਔਰ ਜਿੱਥੇ ਕਿਥੇ ਗੁਰੂ ਕਾ ਤੀਰਥ ਗੁਰੂਸਰ ਹੈ ਉਸ ਵਿੱਚ ਜਾ ਕੇ ਇਸ਼ਨਾਨ ਕਰੋ, ਔਰ ਬਾਣੀ ਗੁਰੂ ਕੀ ਪੜ੍ਹੋ ਸੁਣੋ। ਜਦੋਂ ਫਿਰ ਇਹ ਸਾਰੇ ਇਸ ਤਰ੍ਹਾਂ ਬਚਨ ਕਮਾਉਣ ਲੱਗੇ, ਜਿਹੜਾ ਜਾਵੇ ਕਿਤੇ ਵੀ ਗੁਰੂ ਕਾ ਸਥਾਨ, ਕੋਈ ਮਹਾਰਾਜ ਦੇ ਚਰਨ ਪਾਏ, ਪਹਿਲੇ ਗੁਰੂ ਸਾਹਿਬ ਤੋਂ ਲੈ ਕੇ ਜਦੋਂ ਇਸ਼ਨਾਨ ਕਰਿਆ ਕਰਨ, ਬਾਣੀ ਪੜ੍ਹਨ ਸੁਣਨ, ਤੇ ਤਾਪ ਲੈ ਜਾ ਕਰਿਓ। ਸਾਰੇ ਦੇਸ਼ ਦਾ ਤਾਪ ਵੀ ਹਟਾਇਆ। ਉਸ ਦਿਨ ਤੋਂ ਫਿਰ ਮਾਲਵੇ ਵਿੱਚ ਸਭ ਨੇ ਕੇਸ ਰੱਖਣੇ, ਔਰ ਪਿੰਡ ਪਿੰਡ ਧਰਮਸਾਲ ਬਣਾ ਕੇ ਗੁਰੂ ਕੀ ਬਾਣੀ ਦਾ ਪ੍ਰਚਾਰ ਹੋ ਗਿਆ।
ਉਸੇ ਸਮੇਂ ਫੇਰ ਵਜੀਦੇ ਖਾਂ ਸੂਬੇ ਸਰਹੰਦੀ ਦਾ ਭਾਈ ਡੱਲੇ ਦੇ ਨਾਮ ਫਰਮਾਨ ਲੈ ਕੇ ਰੁਹੇਲੇ ਸਵਾਰ ਤਲਵੰਡੀ ਨਗਰ ਆ ਗਏ। ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਇੱਕ ਸਿੱਖ ਭੇਸ ਬਦਲਾ ਕੇ ਡੱਲੇ ਦੀ ਕਚਹਿਰੀ ਵਿੱਚ ਭੇਜਿਆ ਤੇ ਇਹ ਆਖਿਆ, ਤੂੰ ਇਉਂ ਕਰੀ, ਲੁਕ ਕੇ ਡੱਲੇ ਦੇ ਜਵਾਬ ਸੁਣਦਾ ਰਹੀਂ, ਫੇਰ ਆ ਕੇ ਸਾਨੂੰ ਦੱਸੀ। ਉਸ ਪ੍ਰਵਾਨੇ ਵਿੱਚ ਇਹ ਹੁਕਮ ਸੀ ਕਿ ਐ ਸਰਦਾਰ ਡੱਲੇ, ਤੈਨੂੰ ਪਹਿਲਾਂ ਵੀ ਲਿਖਿਆ ਸੀ, ਸੂਬੇ ਸਰਹੰਦ ਦੀ ਚਿੱਠੀ ਹੈ, ਹੁਣ ਫੇਰ ਤਗੀਦ ਹੁੰਦੀ ਹੈ, ਤੈਂ ਬਾਦਸ਼ਾਹ ਦੇ ਵੈਰੀ ਨੂੰ ਕਿਉਂ ਠਹਿਰਾ ਕੇ ਰੱਖਿਆ? ਕਿਉਂ ਨਹੀਂ ਫੜਾ ਦੇਣ ਦਾ ਵਾਅਦਾ ਕਰਦਾ? ਜਿਸ ਦਿਨ ਤੂੰ ਆਖੇ ਫੌਜ ਭੇਜੀ ਜਾਵੇਗੀ, ਧੋਖੇ ਨਾਲ ਕਿਸੇ ਬਹਾਨੇ ਗੁਰੂ ਨੂੰ ਫੜਾ ਦੇਵੀਂ। ਮੈਨੂੰ ਆਪਣੇ ਦੀਨ ਅਮਾਨ ਕੁਰਾਨ ਦੀ ਕਸਮ ਹੈ, ਤੈਨੂੰ ਬਾਦਸ਼ਾਹ ਕੋਲੋਂ ਖਿਲਤ ਇਨਾਮ ਦਵਾ ਕੇ ਵੱਡਾ ਆਦਮੀ ਕਰਾਊਂਗਾ, ਤੇ ਜੇ ਤੂੰ ਨਹੀਂ ਮੰਨਦਾ ਤੇਰੀ ਸਰਦਾਰੀ ਤੋੜ ਕੇ ਤੈਨੂੰ ਉਮਰ ਕੈਦ ਦੀ ਸਜ਼ਾ ਦੇਵਾਂਗਾ। ਇਹ ਗੱਲ ਸੁਣ ਕੇ ਭਾਈ ਡੱਲੇ ਨੇ ਉੱਤਰ ਲਿਖਾਇਆ ਬੈਠ ਕੇ ਆਪਦੇ ਆਦਮੀਆਂ ਤੋਂ। ਕਹਿਣ ਲੱਗਿਆ, ਹੈ ਵਜੀਦਿਆ, ਉੱਤਰ ਵਿੱਚ ਇਹ ਲਿਖਾਇਆ, ਗੁਰੂ ਮੇਰੀ ਜਾਨ ਦੇ ਨਾਲ ਹੈ, ਭਾਵੇਂ ਤੂੰ ਕਿੰਨੇ ਦਬਾਅ ਮੈਨੂੰ ਦੇ, ਪਰ ਮੈਂ ਇੱਕ ਨਹੀਂ ਮੰਨਦਾ, ਜਿਹੜਾ ਕੁਝ ਕਰਨਾ ਕਰ। ਡੱਲੇ ਦਾ ਇਹ ਜਵਾਬ ਸੂਬੇ ਦਾ ਪਰਵਾਨਾ, ਉਹ ਜਿਹੜਾ ਭੇਸ ਵਟਾ ਕੇ ਗਿਆ ਸੀ ਸਿੱਖ, ਉਹਨੇ ਆ ਕੇ ਗੁਰੂ ਸਾਹਿਬ ਨੂੰ ਸੁਣਾਇਆ ਤਾਂ ਗੁਰੂ ਸਾਹਿਬ ਬਹੁਤ ਖੁਸ਼ ਹੋਏ। ਭਾਈ ਡੱਲੇ ਨਾਲ ਅਤਿਅੰਤ ਪ੍ਰੇਮ ਵਧਿਆ। ਇਕੱਠੇ ਰੋਜ਼ ਸ਼ਿਕਾਰ ਜਾਣ, ਦੂਰ ਦੂਰ ਤੱਕ ਸੈਲ ਕਰਕੇ ਆਉਣ, ਸੰਗਤਾਂ ਦਰਸ਼ਨ ਕਰਕੇ ਭੇਟਾ ਦੇ ਕੇ ਨਿਹਾਲ ਹੁੰਦੀਆਂ ਰਹਿਣ। ਉਧਰ ਜਦ ਰਾਏ ਡੱਲੇ ਦਾ ਜਵਾਬ ਸੂਬੇ ਨੇ ਪੜ੍ਹਿਆ ਤੇ ਸੜ ਬਲ ਕੇ ਕੋਲਾ ਹੋ ਗਿਆ। ਡੱਲੇ ਵੱਲ ਫਿਰ ਕੋਈ ਜਵਾਬ ਨਹੀਂ ਭੇਜਿਆ, ਪਰ ਉਹੀ ਜਵਾਬ ਐਨ ਬੈਨ ਔਰੰਗਜ਼ੇਬ ਬਾਦਸ਼ਾਹ ਦੇ ਕੋਲੇ ਭੇਜਤਾ। ਇੱਕ ਸਿੱਖ ਨੇ ਇੱਕ ਦਿਨ ਸਤਿਗੁਰਾਂ ਦੇ ਪਾਸ ਅਰਜ਼ ਕੀਤੀ, ਸੱਚੇ ਪਾਤਸ਼ਾਹ, ਇਹ ਸ਼ਾਸਤਰਾਂ ਵਿੱਚ ਸੁਣਿਆ ਕਿ ਜਿਹੜਾ ਕੋਈ ਪੁਰਸ਼ ਸੱਪ ਦੇ ਡੰਗ ਨਾਲ ਮਰ ਜੇ, ਉਹ ਮਰਿਆ ਪੁਰਸ਼ ਅਧੋਗਤੀ ਨੂੰ ਜਾਂਦਾ ਹੈ। ਸੋ ਮਹਾਰਾਜ ਮੂਲੇ ਖੱਤਰੀ ਨੇ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਟਹਿਲ ਸੇਵਾ ਕੀਤੀ ਸੀ, ਉਹ ਸੱਪ ਦੇ ਡੰਗ ਨਾਲ ਕਿਉਂ ਮਰਿਆ? ਗੁਰੂ ਸਾਹਿਬ ਕਹਿਣ ਲੱਗੇ, ਭਾਈ ਸਿੱਖਾ, ਉਹ ਬੇਮੁਖ ਹੋ ਗਿਆ ਸੀ, ਹੁਣ ਉਹ ਬਠਿੰਡੇ ਵਿੱਚ ਸਦੀਏ ਨਾਮ ਦੁੱਗਲ ਖੱਤਰੀ ਦੇ ਘਰ ਮੂਲਾ ਨਾਮ ਚਿੱਟੀ ਬੋਦੀ ਵਾਲਾ ਹੋ ਕੇ ਜੰਮੇਗਾ ਤੇ ਪੂਰਬਲੀ ਸੇਵਾ ਦੇ ਪ੍ਰਤਾਪ ਕਰਕੇ ਉੱਤਮ ਪਦਵੀ ਪਾਏਗਾ। ਕੋਈ ਉਹ ਗੱਲ ਸੱਚ ਹੋਈ। ਉਹ ਭਾਈ ਮੂਲਾ ਬੜਾ ਔਲੀਆ ਉੱਘਾ ਹੋ ਗਿਆ। ਗੁਰੂ ਸਾਹਿਬ ਦੇ ਵਹੀਰ ਵਿੱਚ ਇੱਕ ਝੂਲਣ ਸਿੰਘ ਦੁਤਾਰਾ ਚੰਗਾ ਵਜਾ ਕੇ ਗਾਇਆ ਕਰਦਾ ਸੀ। ਦੁਤਾਰਾ ਕਹਿੰਦੇ ਆ ਜਿਹੜਾ ਦੋ ਤਾਰਾਂ ਸਾਜ਼ ਹੋਵੇ ਵਜਾਉਣ ਵਾਲਾ, ਉਹਨੂੰ ਦੁਤਾਰਾ ਕਿਹਾ ਜਾਂਦਾ ਹੈ। ਇੱਕ ਦਿਨ ਗੁਰੂ ਸਾਹਿਬ ਜੀ ਦੇ ਮਹਿਲਾਂ ਦੀ ਇੱਕ ਦਾਸੀ, ਮਹਿਲਾਂ ਦਾ ਭਾਵ ਹੈ ਗੁਰੂ ਸਾਹਿਬ ਦੀਆਂ ਧਰਮ ਪਤਨੀਆਂ ਮਾਤਾ ਸੁੰਦਰੀ ਜੀ ਔਰ ਮਾਤਾ ਸਾਹਿਬ ਦੇਵਾ ਕੌਰ, ਉਹਨਾਂ ਦੀ ਦਾਸੀ ਸੀ। ਉਹਦੇ ਆਖੇ ਭਾਈ ਝੂਲਣ ਸਿੰਘ ਨੇ ਦੁਤਾਰਾ ਵਜਾ ਕੇ ਮਾਤਾ ਸਾਹਿਬ ਦੇਵਾ ਨੂੰ ਸੁਣਾਇਆ ਤੇ ਫਿਰ ਮਨ ਵਿੱਚ ਪਛਤਾਉਣ ਵੀ ਲੱਗਿਆ ਕਿ ਮੈਂ ਇਹ ਗੱਲ ਬੁਰੀ ਕੀਤੀ, ਗੁਰੂ ਸਾਹਿਬ ਦੇ ਹੁਕਮ ਤੋਂ ਬਿਨਾਂ ਹੀ ਇਹ ਦਾਸੀ ਦੇ ਕਹੇ ਤੋਂ ਹੀ ਵਜਾਤਾ ਤੇ ਜੋ ਇਉਂ ਆਪਣੀਆਂ ਮਾਈਆਂ ਨੂੰ ਦੁਤਾਰਾ ਸੁਣਾਇਆ। ਇਹ ਸ਼ਰਮਿੰਦਗੀ ਮੰਨ ਕੇ ਉਹਨੇ ਆਪਣੇ ਮਨ ਵਿੱਚ ਇਹ ਘਿਰਣਾ ਜੀ ਕੀਤੀ, ਬੋਲਣੋਂ ਬੰਦ ਹੋ ਗਿਆ। ਗੁਰੂ ਸਾਹਿਬ ਨੇ ਸ਼ਿਕਾਰ ਤੋਂ ਆ ਕੇ ਹਾਲ ਸੁਣਿਆ, ਬਚਨ ਕੀਤਾ ਵੀ ਯਾਦ ਰੱਖ, ਇਹ ਦਿੱਤੀ ਹਿਰਸ ਨਹੀਂ ਜਾਏਗੀ। ਇਸ ਤਰ੍ਹਾਂ ਕੀ ਹੋਇਆ ਜੇ ਤੂੰ ਇਹ ਵੀ ਕਟਾ ਲਈ? ਇਹੋ ਹੀ ਬਚਨ ਫਿਰ ਸੱਚਾ ਹੋਇਆ। ਉਹਨੇ ਜ਼ਖਮ ਕਰ ਲਿਆ ਸੀ, ਆਪਣੇ ਜ਼ਖਮ ਤੋਂ ਰਾਜੀ ਹੋ ਕੇ ਇਹ ਝੂਲਣ ਸਿੰਘ ਸ਼ਰਮ ਦਾ ਮਾਰਿਆ ਮੌੜ ਪਿੰਡ ਜਾ ਰਿਹਾ। ਨਾ ਬੋਲਣੇ ਕਰਕੇ ਉਹਨੂੰ ਲੋਕ ਅਕੂਣਾ ਸਿੰਘ ਆਖਣ ਲੱਗ ਪਏ। ਰੋਹੀ ਬਹੁਤ ਪੈਂਦੀ ਸੀ। ਝੂਲਣ ਸਿੰਘ ਪਿੰਡ ਦਾ ਚੌਣਾ ਚਾਰਨ ਲੱਗ ਪਿਆ, ਰੋਟੀ ਖਾ ਛੱਡਿਆ ਕਰੇ ਤੇ ਜੇ ਕੋਈ ਨਵੀਂ ਬਹੂ ਪਿੰਡ ਵਿੱਚ ਆਉਂਦੀ ਉਹਦਾ ਮੂੰਹ ਵੇਖ ਕੇ ਜ਼ਰੂਰ ਆਵੇ। ਗੁਰੂ ਕਾ ਬਚਨ ਬਿਰਥਾ ਨਾ ਗਿਆ, ਉਹਦੀ ਹਿਰਸ ਬਣੀ ਰਹੀ।
ਮਨ ਵਿੱਚ ਇਹ ਸ਼ਰਮਿੰਦਗੀ ਵੀ ਮੈਂ ਦਾਸੀ ਦੇ ਕਹੇ ਤੋਂ ਹੀ, ਕਿਉਂਕਿ ਉਹਨੇ ਮਨ ਵਿੱਚ ਪ੍ਰੀਤ ਜੀ ਕਰਕੇ ਕਹਿਦਾ, ਇਹਦਾ ਮਨ ਐਸਾ ਹੋ ਗਿਆ। ਉੱਥੇ ਮਨ ਡੋਲਿਆ ਸੀ। ਮਹਾਰਾਜ ਕਹਿਣ ਲੱਗੇ ਫਿਰ ਇਹਨੇ ਆਪਣਾ ਇੰਦਰੀ ਘਾਤ ਵੀ ਕਰ ਲਿਆ ਸੀ ਝੂਲਣ ਸਿੰਘ ਨੇ। ਮਹਾਰਾਜ ਕਹਿੰਦੇ ਭਾਵੇਂ ਜ਼ਖਮ ਠੀਕ ਹੋ ਜੂ ਪਰ ਤੇਰੀ ਹਿਰਸ ਨਹੀਂ ਜਾਣੀ। ਇਹ ਹਿਰਸ ਬਣੀ ਰਹੀ, ਹੋਰ ਕਿਸੇ ਤੋਂ ਕੁਛ ਨਹੀਂ ਸੀ ਲੈਂਦਾ, ਵਾ ਮਨ ਵਿੱਚ ਹਿਰਸ ਰਹਿਣੀ। ਉਸ ਕਰਮ ਦਾ ਫਲ ਫਿਰ ਅੰਤਰਜਾਮਤਾ ਨੂੰ ਫੁਰਿਆਈ, ਜਦੋਂ ਕੁਛ ਨਾ ਲੈਣਾ। ਇੱਕ ਦਿਨ ਪਿੰਡ ਦੇ ਮਾਲ ਨੂੰ ਡੰਡੇ ਮਾਰ ਮਾਰ ਘਰਾਂ ਨੂੰ ਮੋੜਨ ਲੱਗਿਆ। ਲੋਕਾਂ ਨੇ ਇਹਨੂੰ ਸਿਰੜ ਸਮਝ ਕੇ ਮੱਲੋ ਮੱਲੀ ਮਾਲ ਬਾਹਰ ਛੇੜਤਾ ਤੇ ਬਰਾੜਾਂ ਦੀ ਧਾੜ ਆ ਕੇ ਮਾਲ ਨੂੰ ਹੱਕ ਕੇ ਲੈ ਗਈ। ਲੋਕ ਰੋਂਦੇ ਹੋਏ ਅਕੂਣ ਸਿੰਘ ਦੇ ਕੋਲ ਆਏ। ਇਹ ਜਿਹੜਾ ਝੂਲਣ ਸਿੰਘ ਸੀ, ਲੋਕਾਂ ਨੇ ਇਹਦਾ ਨਾਂ ਅਕੂਣ ਸਿੰਘ ਰੱਖਿਆ। ਇਹਨੇ ਢਿੱਡ ਵਜਾਇਆ, ਕਹਿਣ ਲੱਗਿਆ ਵੀ ਕੋਈ ਗੱਲ ਨਹੀਂ, ਧਾੜਵੀਆਂ ਨਾਲ ਜਾ ਕੇ ਲੜੋ। ਉਹ ਪਿੰਡ ਦੇ ਜਿਹੜੇ ਜੱਟ ਸੀ ਉਹ ਕਹਿੰਦੇ ਅਸੀਂ ਕਿੱਥੋਂ ਲੜ ਪਾਂਗੇ। ਕਹਿਣ ਲੱਗਿਆ ਕੋਈ ਨਹੀਂ, ਤੁਸੀਂ ਲੜੋ ਸਹੀ, ਐ ਜੱਟੋ ਆਪਣੀ ਫਤਿਹ ਹੋਵੇਗੀ। ਧਾੜਵੀਆਂ ਨਾਲ ਜਾ ਕੇ ਲੜੇ ਜਿਹੜੇ ਚਰਾਉਣ ਵਾਲੇ ਸੀ, ਫਤਿਹ ਪਾਈ, ਮਾਲ ਛੁਡਾਇਆ। ਇਹ ਝੂਲਣ ਸਿੰਘ ਨੂੰ ਉਸ ਦਿਨ ਤੋਂ ਅਜਮਤੀ ਮੰਨਣ ਲੱਗ ਪਏ, ਜਿਸ ਕਰਕੇ ਹੁਣ ਵੀ ਉਹ ਲੋਕ ਉੱਥੋਂ ਦੇ ਇਸ ਨੂੰ ਮੰਨਦੇ ਆ। ਇੱਕ ਦਿਨ ਦਮਦਮਾ ਸਾਹਿਬ ਗੁਰੂ ਸਾਹਿਬ ਨੇ ਅੰਮ੍ਰਿਤ ਤਿਆਰ ਕਰਾ ਕੇ ਕੜਾਹਾ ਭਰਿਆ ਹੋਇਆ ਉਹ ਤਲਾਅ ਦੇ ਵਿੱਚ ਗੁਰੂ ਸਰੂਗਾ ਉੱਥੇ ਪਵਾਤਾ। ਸਿੰਘਾਂ ਦੇ ਪੁੱਛਣ ਤੋਂ ਫਿਰ ਮਹਾਰਾਜ ਨੇ ਬਚਨ ਕੀਤਾ। ਮਹਾਰਾਜ ਕਹਿੰਦੇ ਇਹ ਗੁਰੂ ਕੀ ਕਾਂਸੀ ਮਨੀਕਰਨ ਕਾ ਹੈ। ਇੱਥੇ ਮਾਰ ਕੰਡੇ ਨੇ ਤਪ ਕੀਤਾ, ਖਾਲਸੇ ਦੀ ਸੁਮੋ ਮਾਣੀ ਹੋਈ। ਇੱਥੋਂ ਦਾ ਜਲ ਛਾਕਣ ਵਾਲੇ ਵੀ ਅੰਮ੍ਰਿਤੀਏ ਸਮਝੇ ਜਾਣਗੇ। ਫਿਰ ਲਿਖਣਾ ਕਲਮਾ ਘੜ ਘੜ ਕੇ ਜਿਹੜੇ ਛੱਪੜ ਵਿੱਚ ਪਾਉਂਦੇ ਰਹੇ, ਉਹਦਾ ਨਾਂ ਲਿਖਣ ਸਰ ਰੱਖ ਕੇ ਵਰ ਦਿੱਤਾ, ਇੱਥੇ ਲਿਖਾਰੀ ਬਹੁਤ ਹੋਣਗੇ। ਜੋ ਕੋਈ ਇੱਥੇ ਆ ਕੇ ਪੜ੍ਹੇਗਾ ਉਹ ਭਾਵੇਂ ਬੈਲ ਵਰਗੀ ਬੁੱਧੀ ਵਾਲਾ ਵੀ ਕਿਉਂ ਨਾ ਹੋਵੇ ਤਾਂ ਵੀ ਲਿਖਣ ਪੜ੍ਹਨ ਸਿੱਖ ਜਾਏਗਾ। ਉਸੇ ਦਿਨ ਖਬਰ ਆਈ ਕਿ ਜ਼ਬਰਦਸਤ ਖਾਂ ਲਾਹੌਰ ਦੇ ਸੂਬੇ ਨੇ ਸੰਗਤ ਆਉਂਦੀ ਹੋਈ ਲੁੱਟ ਲਈ। ਹੁਕਮ ਹੋਇਆ ਖਾਲਸਾ ਜੀ ਸ਼ਾਸਤਰ ਵਿਦਿਆ ਸਿੱਖੋ ਸਿਖਾਓ, ਜੋ ਸ਼ਾਸਤਰ ਚਲਾਉਣਾ ਨਾ ਸਿੱਖੇਗਾ ਉਹਨੂੰ ਸਿੰਘੀ ਧਰਮ ਦੀ ਪ੍ਰਾਪਤੀ ਨਹੀਂ ਹੋਵੇਗੀ। ਹੁਣ ਜਦੋਂ ਉਹੀ ਸੰਗਤ ਗੁਰੂ ਕੇ ਪਾਸ ਆਈ, ਉਹਨਾਂ ਨੂੰ ਵੀ ਹਥਿਆਰ ਧਾਰਨ ਦਾ ਹੁਕਮ ਹੋਇਆ। ਲੜਾਈ ਕਰਨ ਸਿਖਾਉਣ ਵਾਸਤੇ ਕੜਾਹ ਪ੍ਰਸ਼ਾਦ ਕਰਾ ਕਰਕੇ ਲੁੱਟਣ ਦਾ ਹੁਕਮ ਦਿੱਤਾ, ਜਿਹਨੂੰ ਸੁਣ ਕੇ ਖਾਲਸੇ ਦਾ ਹੱਲਾ ਪੈ ਗਿਆ। ਧੱਕਾ ਧੱਕੀ, ਥੱਪੜ ਮੁੱਕੀ, ਲੁੱਟ ਖਸੋਟ ਬਹੁਤ ਹੋਈ। ਗੁਰੂ ਸਾਹਿਬ ਹੱਸਦੇ ਰਹੇ ਔਰ ਫੇਰ ਮਹਾਰਾਜ ਨੇ ਪ੍ਰਸ਼ਾਦ ਤਰ੍ਹਾਂ ਤਿਆਰ ਕਰਾ ਕੇ ਲੁਟਾਇਆ। ਜਿਨ੍ਹਾਂ ਨੇ ਨਹੀਂ ਲੁੱਟਿਆ ਸੀ ਉਹਨਾਂ ਨੂੰ ਵੀ ਲੁੱਟਣ ਦਾ ਹੁਕਮ ਹੋ ਗਿਆ। ਇਸ ਲੁੱਟ ਵਿੱਚ ਬੜਾ ਸ਼ੋਰ ਮੱਚਿਆ, ਧੱਕਾ ਚੁੱਕੀ ਹੋਈ। ਇਸੇ ਤਰ੍ਹਾਂ ਤੀਜੀ ਵਾਰੀ ਫੇਰ ਲੁਟਾਤਾ। ਫੇਰ ਵੀ ਜਿਹੜੇ 10-15 ਸਿੰਘ ਲੁੱਟਣ ਨਾ ਉੱਠੇ, ਉਹਨਾਂ ਨੂੰ ਗੁਰੂ ਸਾਹਿਬ ਨੇ ਪੁੱਛਿਆ। ਉਹਨਾਂ ਨੇ ਵੀ ਜਿਵੇਂ ਪਹਿਲਾਂ ਇਹ ਬਾਤ ਹੋਈ ਸੀ, ਉਹਨਾਂ ਨੇ ਵੀ ਕਹਿਦਾ ਸਾਨੂੰ ਵਰਤਾਰਾ ਹੀ ਬਹੁਤ ਹੈ, ਲੁੱਟ ਦੇ ਲੋਭ ਨੂੰ ਸਾਡਾ ਮਨ ਨਹੀਂ ਚਾਹੁੰਦਾ। ਇਹ ਸੁਣ ਕੇ ਮਹਾਰਾਜ ਕਹਿਣ ਲੱਗੇ ਗੁਰੂ ਕੇ ਸਿੱਖ ਲੁਟੇਰੇ, ਲੜਾਕੇ, ਭੰਗੋਰੇ, ਦਾਨੇ, ਮਸਤਾਨੇ, ਸੰਤੋਖੀ, ਸ਼ਾਸਤਰੀ ਤੇ ਸ਼ਸਤਰੀ, ਰਜੋ ਤਮੋ ਸਤੋ, ਇਹਨਾਂ ਗੁਣਾ ਸੇ ਭੇਦ ਸੇ ਸਿੱਖ ਨਿਹੰਗ ਨਿਰਮਲੇ। 3 ਪ੍ਰਕਾਰ ਦਾ, ਪਹਿਲਾਂ 2 ਦਾ ਕਿਹਾ ਸੀ ਮਹਾਰਾਜ ਨੇ, ਹੁਣ ਮਹਾਰਾਜ ਕਹਿੰਦੇ ਸਿੱਖ, ਨਿਹੰਗ ਤੇ ਨਿਰਮਲੇ 3 ਪ੍ਰਕਾਰ ਦਾ ਖਾਲਸਾ ਹੋਊਗਾ। ਇਹ ਬਚਨ ਜਿਹੜੇ ਹਨ ਗੁਰੂ ਕੇ ਭਾਈ ਸੰਤੋਖ ਸਿੰਘ ਜੀ ਨੇ ਚੌਪਈ ਦੇ ਵਿੱਚ ਗੰਥਨ ਕੀਤੇ ਹੈ। ਲਿਖਦੇ ਹਨ ਗੁਰੂ ਕਾ ਦਲ ਸ਼ੇਰ ਕਾ ਝਲ, ਕੋ ਘਾਲੇ ਕੋ ਬੈਠੇ ਮਲ, ਕੋ ਜੂਝੇ ਕੋ ਸਿਮਰੇ ਰਾਮ, ਕੋ ਸੇਵੇ ਸਤ ਸੰਗ ਮਹਾਨ, ਲੂਟਹਿ ਜੂਝੈ ਸਿੰਘ ਕਹੀਜੇ, ਸਿਮਰੇ ਨਾਮ ਸੋ ਸਿੱਖ ਲਖੀਜੇ, ਸਤ ਸੰਗ ਸੇਵਹਿ ਜੇ ਚਿਤ ਲਾਏ, ਸੋ ਨਿਰਮਲੇ ਨਾਮ ਸਦਾਏ। ਇਹ ਮਹਾਰਾਜ ਨੇ ਇਸ ਤਰ੍ਹਾਂ ਦੇ ਬਚਨ ਕੀਤੇ। ਹੁਣ ਇਹ ਇਸੇ ਕਰਕੇ ਅੱਜ ਕੱਲ੍ਹ ਹੁਣ ਜਿਹੜਾ ਜਿਸ ਵਿਰਤੀ ਦਾ ਹੈ, ਉਹ ਜਦੋਂ ਦੂਸਰੇ ਨੂੰ ਕੁਛ ਇਸ ਤਰ੍ਹਾਂ ਵੇਖਦਾ ਉਹ ਕਹਿੰਦਾ ਨਾ ਇਹ ਤਾਂ ਨਹੀਂ ਹੈ, ਫਿਰ ਸਿੱਖੀ ਨਹੀਂ ਹੈ। ਭਾਈ ਸਿੱਖ ਇੱਕ ਸਿੱਖਿਆਰਥੀ, ਨਿਹੰਗ ਉਹਨਾਂ ਦੇ ਆਪਦੇ ਕਰਮ ਹੈ, ਨਿਰਮਲਿਆਂ ਦੇ ਆਪਦੇ ਭਾਵ ਨਿਰਮਲਤਾ ਜਿਨ੍ਹਾਂ ਵਿੱਚ। ਹੁਣ ਜਿਹੜੇ ਕੋਈ ਬੰਦਗੀ ਕਰਨ ਵਾਲੇ ਆ, ਗ੍ਰੰਥ ਪੜ੍ਹਦੇ ਪੜ੍ਹਾਉਂਦੇ ਹੋਰ ਇਸ ਤਰ੍ਹਾਂ ਦੇ, ਮਹਾਰਾਜ ਨੇ ਤਾਂ ਕਿੰਨੇ ਬਚਨ ਕਰਤੇ। ਇਹ ਗੁਰੂ ਕੇ ਸਿੱਖ ਲੁਟੇਰੇ,
ਇਹੋ ਜਿਹਾ ਵੀ ਹੁੰਦਾ ਸੀ ਸਮਾਂ ਕਿ ਖਾਲਸਾ ਜਿਹੜਾ ਸੀ, ਇਉਂ ਕਥਾਵਾਂ ਬਣੀਆਂ ਹੋਈਆਂ, ਕਿਸੇ ਕੋਈ ਪ੍ਰਾਣੀ ਸੀ, ਉਹਨੇ ਉਹਨਾਂ ਸਮਿਆਂ ਦੇ ਵਿੱਚ 1 ਰੁਪਈਆ ਨਿਹੰਗ ਸਿੰਘ ਨੂੰ ਦੇਣਾ ਚਾਹਿਆ। ਜਦੋਂ ਬਾਂਹ ਅੱਗੇ ਨੂੰ ਕੋਈ ਨਿਹੰਗ ਸੀਗਾ, ਉਹਨੇ ਜਾੜ ਦੇਣੇ ਬਾਂਹ ਤੇ ਸੋਟੀ ਮਾਰੀ ਤੇ ਰੁਪਈਆ ਹੋ ਗਿਆ, ਮੁੜ ਕੇ ਉਹ ਚੱਕ ਲਿਆ। ਉਹ ਕਹਿੰਦਾ, ਉਹ ਭਾਈ ਸਿੰਘਾ, ਮੈਂ ਤਾਂ ਤੈਨੂੰ ਫੜਾਉਂਦਾ ਸੀ, ਮੇਰੀ ਬਾਂਹ ਕਿਉਂ ਭੰਨੀ? ਉਹ ਕਹਿੰਦਾ, ਸਿੱਖ ਮੰਗ ਕੇ ਨਹੀਂ ਲੈਂਦਾ, ਮੈਂ ਹੱਥ ਅੱਡ ਕੇ ਲੈਂਦਾ ਤੇਰੇ ਕੋਲੋਂ। ਖਾਲਸੇ ਦਾ ਕੰਮ ਲੁੱਟਣਾ ਹੈ। ਇਹ ਹੁਣ ਵਾਲਿਆਂ ਨੂੰ ਜੇ ਕੋਈ ਗੱਲਾਂ ਕਹਿ ਦੋ, ਇਹ ਕਹਿੰਦੇ ਹੈ ਇਹ ਭਾਈ ਪੁਰਾਤਨ ਜਿਹੜੇ ਆ ਕਰਮ ਹੁੰਦੇ ਸੀ। ਗੁਰੂ ਕੇ ਸਿੱਖ ਲੁਟੇਰੇ, ਲੜਾਕੇ ਭੰਗੋਰੇ, ਦਾਨੇ ਮਸਤਾਨੇ, ਸੰਤੋਖੀ, ਸ਼ਾਸਤਰੀ ਤੇ ਸ਼ਸਤਰੀ, ਗ੍ਰੰਥਕਾਰ ਪੜ੍ਹਨ ਵਾਲੇ ਵੀ ਹੈ। ਕੋਈ ਸ਼ਸਤਰ ਧਾਰਨ ਨਹੀਂ ਕਰਦਾ, ਕੋਈ ਮਸਤਾਨਾ ਬਣਿਆ, ਕੋਈ ਸੰਤੋਖ ਧਾਰਨ ਕਰੀ ਬੈਠਾ, ਕੋਈ ਦਿਆਨਾ ਵਿਦਵਾਨ ਹੈ, ਕੋਈ ਲੜਾਕਾ ਹੈ। ਕਿਸੇ ਵਿੱਚ ਰਜੋ ਗੁਣ ਪ੍ਰਧਾਨ, ਕਿਸੇ 'ਚ ਤਮੋ, ਕਿਸੇ ਸਤੋ। ਇਹਨਾਂ ਗੁਣਾਂ ਸੇ ਭੇਦ ਸੀ। ਇਉਂ ਮਹਾਰਾਜ ਕਹਿੰਦੇ, ਰਜੋ ਤਮੋ ਸਤੋ ਤੋਂ ਭਿੱਦ ਹੋਣਗੇ ਵੱਖਰੇ ਇਹ ਸਿੰਘ, ਇਸ ਤਰ੍ਹਾਂ ਦੇ ਨਿਹੰਗ ਨਿਰਮਲੇ। ਇਉਂ ਗੁਰੂ ਕੇ ਬਚਨ ਹਨ ਗ੍ਰੰਥਾਂ ਦੇ। ਇੱਕ ਦਿਨ ਰਾਏ ਡੱਲਾ ਸ਼ਾਸਤਰ ਧਾਰ ਕੇ ਆਪ ਹੀ ਸਾਰੀ ਰਾਤ ਗੁਰੂ ਕੇ ਪਲੰਗ ਦਾ ਪਹਿਰਾ ਦਿੰਦਾ ਰਿਹਾ। 5 ਵਾਰੀ ਰਾਤ ਨੂੰ ਗੁਰੂ ਸਾਹਿਬ ਬੋਲੇ, ਪਹਿਰੇ ਪਰ ਕੌਣ ਹੈ? ਸਰਦਾਰ ਡੱਲਾ ਬੋਲਦਾ ਰਿਹਾ, ਮਹਾਰਾਜ ਹਾਜ਼ਰ ਹਾਂ ਜੀ। ਤੋਂ ਖੁਸ਼ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਚਨ ਕੀਤਾ, ਰਾਏ ਡੱਲਾ ਜੋ ਇੱਛਿਆ ਹੈ ਮੰਗ। ਉਹਨੇ ਉਦੋਂ ਵੀ ਖੇਤੀ ਸੁੱਕਦੀ ਦੇਖ ਕੇ ਮੀਂਹ ਮੰਗ ਲਿਆ। ਮਹਾਰਾਜ ਕਹਿਣ ਲੱਗੇ, ਮੀਂਹ ਬਹੁਤ ਹੋ ਜੂ, ਤੂੰ ਕੁਛ ਆਪਣੇ ਵਾਸਤੇ ਮੰਗ ਲੈ। ਕਹਿਣ ਲੱਗਿਆ, ਮਹਾਰਾਜ ਫਿਰ ਜੇ ਮੈਨੂੰ ਬਖਸ਼ਿਸ਼ ਕਰਨਾ ਹੋਰ ਤਾਂ ਫਿਰ ਮਹਾਰਾਜ ਜੀ ਤੇਰੇ ਚਰਨਾਂ ਵਿੱਚ ਮੈਨੂੰ ਪੀੜੀ ਦੀ ਥਾਂ ਮਿਲ ਜੇ। ਗੁਰੂ ਸਾਹਿਬ ਕਹਿਣ ਲੱਗੇ, ਭਾਈ ਸਰਦਾਰ ਡੱਲਿਆ, ਅੰਮ੍ਰਿਤ ਖੰਡੇ ਦਾ ਛਕ ਜੇ ਸਾਡੇ ਪਾਸ ਨਿਵਾਸ ਚਾਹੁੰਦਾ। ਉਹ ਕਹਿਣ ਲੱਗਿਆ, ਜੀ ਅੰਮ੍ਰਿਤ ਤਾਂ ਆਪ ਕਾ ਸੀਤ ਪ੍ਰਸ਼ਾਦ ਹੀ ਮੈਂ ਕਿੰਨੀ ਵਾਰੀ ਛਕ ਲਿਆ। ਬਚਨ ਹੋਇਆ, ਉਹ ਸਾਡਾ ਸੀਤ ਪ੍ਰਸ਼ਾਦ ਅੰਮ੍ਰਿਤ ਹੈ, ਖੰਡੇ ਕਾ ਅੰਮ੍ਰਿਤ ਛਕ। ਉਹ 7 ਵਚਨ ਆਖ ਕੇ ਫਿਰ ਅਗਲੇ ਭਲਕ 125 ਰੁਪਏ ਦਾ ਕੜਾਹ ਪ੍ਰਸ਼ਾਦ ਕਰਾ ਕੇ 105 ਸਿੱਖਾਂ ਸਮੇਤ ਅੰਮ੍ਰਿਤ ਛਕ ਕੇ ਸਿੰਘ ਸਜਿਆ। ਗੁਰੂ ਕਿਆ ਨੇ ਖੁਸ਼ ਹੋ ਕੇ ਖੰਡਾ ਢਾਲਾ 2000 ਦੇ ਜੜਾਊ ਕੜੇ ਉਤਾਰ ਕੇ ਬਖਸ਼ੇ ਭਾਈ ਡੱਲੇ ਨੂੰ। ਇਉਂ ਅੰਮ੍ਰਿਤ ਮਿਲਦਾ ਹੁੰਦਾ ਸੀ। ਸਤਿਗੁਰੂ ਪਾਤਸ਼ਾਹ, ਹੁਣ ਤਾਂ ਜ਼ਮਾਨਾ ਬਦਲ ਗਿਆ ਨਾ। ਹੁਣ ਅਸਲ ਦੇ ਵਿੱਚ ਜਿਹੜਾ ਅੰਮ੍ਰਿਤ ਹੈ ਪੁਰਾਤਨ ਗੁਰਮੁਖੀ ਕਹਿੰਦੇ ਪਹਿਲਾਂ ਤਿਆਰੀ ਕਰਾਓ ਉਸ ਦੀ, ਤਾਂ ਕਿ ਉਹਦੇ ਅੰਦਰ ਉਮੰਗ ਪੈਦਾ ਹੋਵੇ ਅੰਮ੍ਰਿਤ ਛਕਣ ਦੀ। ਤੇ ਜਿਹਨੇ ਅੰਮ੍ਰਿਤ ਛਕਣਾ ਹੈ ਉਹਨੂੰ ਪਹਿਲਾਂ ਘੱਟੋ ਘੱਟ ਸਾਲ ਖੰਡ ਤਿਆਰੀ ਤਾਂ ਕਰਵਾ ਲਓ। ਇਹ ਚੰਗਾ ਪਹਿਲਾਂ ਕਕਾਰ ਧਾਰਨ ਕਰ ਲੈ, ਸ਼ਸਤਰ ਤਾਂ ਧਾਰਨ ਕਰ ਲੈ, ਕੋਈ ਗੁਨਾਹ ਨਹੀਂ ਹੈ ਪਹਿਲਾਂ ਧਾਰਨ ਕਰ ਲੈਣੇ। ਇਹਨਾਂ ਦੀ ਰਹਿਤ ਬਹਿਤ ਸਿੱਖ, ਬਾਣੀ ਪੜ੍ਹਨੀ, ਸਿਮਰਨ ਸਾਸਾਂ ਕਰਨੀ, ਕਿਰਤ ਕਰਨੀ ਸ਼ੁਭ। ਆਪਦਾ ਚਾਲ ਚੱਲਣ ਉਹੋ ਜਿਹਾ ਬਣਾ, ਫਿਰ ਜਦੋਂ ਤੇਰਾ ਜੀਵਨ ਹੋਇਆ ਤੇ ਇਸ ਤਰ੍ਹਾਂ ਤੈਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਵੇਗੀ। ਤੇ ਹੁਣ ਧੱਕੇ ਨਾ ਰੌਲੇ, ਅਸੀਂ ਜੀ ਕਸ਼ਹਿਰੇ ਫ੍ਰੀ ਦੇਵਾਂਗੇ, ਅਸੀਂ ਕਿਰਪਾਨ ਫ੍ਰੀ ਦੇਵਾਂਗੇ। ਤੇ ਹੁਣ ਬਾਹਰ ਸਾਰਾ ਕੁਝ ਫ੍ਰੀ ਆ, ਤੇ ਜਦੋਂ ਗਾਹਾਂ ਪੰਜਾਂ ਪਿਆਰਿਆਂ ਕੋਲੇ ਜਾਂਦਾ ਉਹ ਕਹਿੰਦੇ ਸਿਰ ਦਿਓ। ਕਹਿੰਦਾ ਕਮਾਲ ਹੈ, ਬਾਹਰ ਸਾਰਾ ਕੁਝ ਫ੍ਰੀ ਦੇਈ ਜਾਂਦੇ ਹੋ, ਅੰਦਰ ਮੰਗੀ ਉਹ ਕਰ ਲਈ ਸਿਰ। ਇਹ ਚੱਲ ਪਿਆ ਕੰਮ। ਫਿਰ ਉਹ ਜਿਹੜੇ ਫ੍ਰੀ ਵਾਲੇ ਆ ਉਹ ਕਿਰਪਾਨਾਂ ਦੇਖ ਲਓ ਤੁਸੀਂ, 100 ਰੁਪਏ ਕਿਰਪਾਨ ਹੈ, ਸਾਲ ਕੁ ਬਾਅਦ ਉਹਦਾ ਹੋਰ ਹੀ ਕੁਛ ਹੋ ਜਾਂਦਾ। ਕੋਈ ਸ਼ਾਸਤਰ ਵਧੀਆ, ਇਹ ਬਿਲਕੁਲ ਇਹ ਇੱਕ ਮਨਮੱਤ ਚੱਲ ਪਈ, ਫ੍ਰੀ ਕਿਰਪਾਨਾਂ ਦੇਵਾਂਗੇ ਜੀ, ਫ੍ਰੀ। ਕੀ ਗੱਲ ਭਾਈ, ਹੋਰ ਸਾਰੇ ਗੱਲ, ਪਹਿਲੀ ਗੱਲ ਤਾਂ ਉਹਨੂੰ ਕਹਿ ਆਪਦੀ ਕਿਰਤ ਦੀ ਖਰੀਦ ਕੇ ਲਿਆ ਸ਼ਸਤਰ ਵਧੀਆ, ਫੇਰ ਹੋਊਗਾ ਇਹ। ਪਰ ਹੁਣ ਇੱਥੇ ਆਦਤ ਅਸੀਂ ਗਿਣਤੀ ਵਧਾਉਣ ਲੱਗ ਗਏ, ਇੰਨਿਆਂ ਨੂੰ ਅੰਮ੍ਰਿਤ ਛਕਾਤਾ, ਇੰਨਿਆਂ ਨੂੰ ਛਕਾਤਾ। ਆ ਜਿਹੜੇ ਬਾਬੇ ਮਰਜੀ, ਸੰਤ ਮਹੰਤ ਜਿਹਨੂੰ ਮਰਜੀ, ਪ੍ਰਚਾਰਕ ਨੂੰ ਪੁੱਛ ਲਓ, ਕਹਿੰਦਾ ਮੈਂ ਇੰਨੇ ਲੱਖ ਨੂੰ ਛਕਾਇਆ, ਦੂਜਾ ਕਹਿੰਦਾ ਮੈਂ ਇੰਨੇ ਨੂੰ ਛਕਾਇਆ। ਤੇ ਜਦੋਂ ਦੇਖੀਦਾ ਵੀ ਉਹ ਲੱਖਾਂ ਗਏ ਕਿੱਥੇ? ਫਿਰ ਅਸਲ ਕਹਾਣੀ ਕੀ ਹੈ? ਅਸੀਂ ਅਣ ਅਧਿਕਾਰੀਆਂ ਨੂੰ ਅੱਜ ਅੰਮ੍ਰਿਤ ਛਕਾਉਣਾ ਸ਼ੁਰੂ ਕਰਤਾ। ਪਹਿਲਾਂ ਉਹਨੂੰ ਅਧਿਕਾਰੀ ਬਣਾਓ, ਉਹਨੂੰ ਸਤਸੰਗ ਵਿੱਚ ਜਾਣ ਦੀ ਆਦਤ ਪਵੇ, ਉਹਨੂੰ ਕੁਛ ਸੁਣਨ ਦੀ ਆਦਤ ਪਵੇ, ਉਹ ਅੰਮ੍ਰਿਤ ਵੇਲੇ ਉੱਠਣ ਦੀ ਆਦਤ ਪਵੇ, ਉਹ ਕੋਈ ਬਾਣੀ ਪੜ੍ਹੇ,
ਉਹਨੂੰ ਸ਼ਾਸਤਰਾਂ ਦੀ ਰਹਿਤ ਰੱਖਣ ਦੀ ਆਦਤ ਪਵੇ। ਫੇਰ ਕਿਤੇ ਜਾ ਕੇ ਉਹਨੂੰ ਅੰਮ੍ਰਿਤ ਦੀ ਦਾਤ ਜਦੋਂ ਉਹ ਘਗਿਆ ਕੇ ਮੰਗੇ, ਅਰਦਾਸ ਕਰਕੇ ਮੰਗੇ, ਉਹ ਮਾਲਕਾ ਮੈਨੂੰ ਅੰਮ੍ਰਿਤ ਬਖਸ਼, ਫਿਰ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਦੇਣ। ਇਸ ਤਰ੍ਹਾਂ ਜਦੋਂ ਅੰਮ੍ਰਿਤ ਹੋਊਗਾ ਫਿਰ ਉਹ ਸਿੰਘ ਦਾ ਜੀਵਨ ਵੀ ਵੇਖਣ ਯੋਗ। ਹੁਣ ਤਾਂ ਹੀ ਤਾਂ ਅਸੀਂ ਮਖੌਲ ਕਰਾਉਂਦੇ ਹਾਂ ਉਹ ਲੋਕਾਂ ਤੋਂ ਜਿਨ੍ਹਾਂ ਦਾ ਆਪਦਾ ਜੀਵਨ ਕੋਈ ਨਹੀਂ, ਫਿਰ ਅੰਮ੍ਰਿਤ ਛਕ ਕੇ ਉਹਨਾਂ ਤੋਂ ਉਂਗਲਾਂ ਕਰਾਉਂਦੇ ਆ, ਲੈ ਤੇਰੇ ਨਾਲ ਤਾਂ ਫਿਰ ਉਹ ਕਹਿੰਦੇ ਚੰਗਾ ਹੀ ਹੈ, ਤੂੰ ਆਹ ਕਰਦਾ, ਤੂੰ ਆਹ ਕਰਦਾ। ਕਾਰਨ ਕੀ? ਉਹ ਆਨੰਦ ਅਧਿਕਾਰੀਆਂ ਦਾ ਜੀਵਨ। ਭਾਈ ਕਿਤੇ ਅਧਿਕਾਰੀ ਪੁਰਸ਼ਾਂ ਦਾ ਜੀਵਨ ਵੀ ਵੇਖ ਲਓ, ਉਹ ਵੀ ਵੇਖੋ ਨਾ, ਜਿਨ੍ਹਾਂ ਨੇ ਅੰਮ੍ਰਿਤ ਛਕ ਕਰਕੇ ਕੈਸਾ ਜਪ ਤਪ ਸੰਜਮੀ ਜੀਵਨ ਨਿਭਾਇਆ ਹੈ। ਉਧਰ ਤਾਂ ਨਿਗਾਹ ਨਹੀਂ ਜਾਂਦੀ, ਜਿਹਦੇ ਕਮੀਆਂ ਉਧਰ ਨੂੰ ਉਂਗਲ ਕਰਨੀ ਆ, ਉਹਦਾ ਕਸੂਰਵਾਰ ਦੋਨੇ ਹੈ। ਤੋ ਗੁਰੂ ਸਾਹਿਬ ਜੀ ਦਾ ਇਸ ਤਰ੍ਹਾਂ ਦੇਖੋ, ਹੁਣ ਕਦੋਂ ਦੇ ਮਹਾਰਾਜ ਡੱਲੇ ਕੋਲੇ ਰਹਿੰਦੇ, ਕਿੰਨੇ ਕੌਤਕ ਕੀਤੇ। ਜਦੋਂ ਐਨ ਦੇਖਿਆ ਹੁਣ ਹਿਰਦਾ ਪਵਿੱਤਰ ਹੈ, ਹੁਣ ਇਹ ਮੁੜ ਸਕਦਾ, ਤੇ ਫਿਰ ਉਹ ਸੱਟ ਮਾਰੀ, ਡੱਲਿਆ ਅੰਮ੍ਰਿਤ ਛਕ। ਜੇ ਹੁਣ ਮੈਂ ਜਾ ਕੇ ਪਹਿਲਾਂ ਕਹਿੰਦੇ ਮੈਂ ਤਾਂ ਨਹੀਂ ਜਾਣਾ ਤੇਰੇ ਕੋਲੇ, ਪਹਿਲਾਂ ਅੰਮ੍ਰਿਤ ਛਕ ਫੇਰ ਆਉਂ, ਤੇ ਹੁਣ ਉਹਦੀ ਤਿਆਰੀ ਕੋਈ ਨਹੀਂ, ਅਜੇ ਉਹ ਅਧਿਕਾਰੀ ਕੋਈ ਨਹੀਂ ਸੀ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ। ਅਗਲੇ ਦਿਨ ਭਾਈ ਡੱਲਾ ਸਿੰਘ ਨੂੰ ਲੈ ਕੇ ਗੁਰੂ ਸਾਹਿਬ ਸ਼ਿਕਾਰ ਨੂੰ ਗਏ, ਕਈ ਮਿਰਗ ਮੁਕਤੀ ਕੀਤੇ। 2 ਪਹਿਰ ਹੋਏ, ਇੱਕ ਟਾਹਲੀ ਦੇ ਬਿਰਛ ਹੇਠਾਂ ਜਿਹਦਾ ਗੇੜ 15 ਹੱਥ ਸੀ, ਉੱਥੇ ਉਤਰੇ। ਮੌੜ ਪਿੰਡ ਵਾਲੇ ਦੁੱਧ ਬਹੁਤ ਲਿਆਏ, ਸਭ ਨੇ ਰੱਜ ਰੱਜ ਕੇ ਪੀਤਾ। ਪ੍ਰਸੰਨ ਹੋ ਕੇ ਗੁਰੂ ਸਾਹਿਬ ਕਹਿਣ ਲੱਗੇ, ਤੁਹਾਡੇ ਘਰ ਤੇ ਇਸ ਟਾਹਲੇ ਹੇਠਾਂ ਸਦਾ ਦੁੱਧ ਵਰਤੇਗਾ। ਹੁਣ ਵੀ ਉੱਥੇ ਗੁਰਦੁਆਰਾ ਸਾਹਿਬ ਹੈ, ਜਿਵੇਂ ਆਪਣੇ ਕੋਲੇ ਰਾਏਕੋਟ ਬੇਅੰਤ ਦੁੱਧ ਦੇਖੋ ਦੂਰੋਂ ਦੂਰੋਂ ਆਉਂਦਾ ਨਾ, ਸਾਂਭਿਆ ਸਾਂਭ ਨਹੀਂ ਹੁੰਦਾ ਉਸ ਦਿਨ ਪੁੰਨਿਆਂ ਨੂੰ, ਤੇ ਇਸੇ ਤਰ੍ਹਾਂ ਹੀ ਉਧਰ ਇਲਾਕੇ ਵਿੱਚ ਬੇਅੰਤ ਦੁੱਧ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਕਿਰਪਾ ਨਾਲ ਆਉਂਦਾ ਹੈ। ਇੱਕ ਦਿਨ ਦੀਵਾਨ ਵਿੱਚ ਗੁਰੂ ਸਾਹਿਬ ਨੇ ਸਭ ਸੰਗਤਾਂ ਨੂੰ ਪੁੱਛਿਆ। ਮਹਾਰਾਜ ਜੀ ਕਹਿੰਦੇ ਜਦੋਂ ਭਗਤ ਕਬੀਰ ਸੀ ਉਦੋਂ ਬਾਦਸ਼ਾਹ ਸ਼ਾਹੂਕਾਰ ਰਾਜੇ ਕਿਹੜੇ ਕਿਹੜੇ ਸੀ ਭਾਈ? ਸਭ ਸਿੱਖਾਂ ਨੇ ਆਖਿਆ ਮਹਾਰਾਜ ਅਸੀਂ ਨਹੀਂ ਜਾਣਦੇ ਕੌਣ ਕੌਣ ਸੀ। ਤੋ ਆਪ ਹੱਸ ਕੇ ਆਖਣ ਲੱਗੇ, ਦੇਖੋ ਭਾਈ ਸਿੱਖੋ, ਜਿਸ ਬਾਦਸ਼ਾਹ ਸਿਕੰਦਰ ਲੋਧੀ ਦੇ ਨਾਲ 10 ਲੱਖ ਦਲ ਚੱਲਦਾ ਸੀ ਉਸ ਸਮੇਂ, ਉਹਨੂੰ ਕੋਈ ਨਹੀਂ ਜਾਣਦਾ। ਕਬੀਰ ਜੁਲਾਹਾ ਗਰੀਬ, ਉਹਨੂੰ ਸਭ ਕੋਈ ਜਾਣਦੇ ਨੇ। ਇਹ ਸੰਤ ਸੇਵਾ ਤੇ ਭਗਤੀ ਦਾ ਪ੍ਰਤਾਪ ਹੈ। ਭਗਤੀ ਭਜਨ ਕਰਨ ਵਾਲੇ ਜੁਗੋ ਜੁਗ ਅਮਰ ਹੋ ਜਾਂਦੇ ਆ, ਤੇ ਭਗਤੀ ਭਜਨ ਕੀਤੇ ਕਰਿਆ ਕਰੋ। ਇੱਕ ਸਿੱਖ ਕਹਿਣ ਲੱਗਿਆ, ਮਹਾਰਾਜ ਇਹੋ ਜਿਹੇ ਧਰਮੀ ਲੋਕਾਂ ਦੇ ਆਸਰੇ ਧਰਤੀ ਖੜੀ ਹੈ। ਦੂਜਾ ਸਿੱਖ ਕਹਿੰਦਾ, ਭਾਈ ਧਰਤੀ ਤਾਂ ਧੌਲੇ ਬੈਲ ਨੇ ਚੁੱਕੀ ਹੋਈ ਹੈ। ਤੀਜਾ ਕਹਿੰਦਾ, ਨਹੀਂ ਮੈਂ ਤਾਂ ਇਹ ਸੁਣਿਆ ਸ਼ੇਸ਼ਨਾਗ ਦੇ ਫਣ ਉੱਤੇ ਸਰੋਂ ਦੇ ਦਾਣੇ ਵਾਂਗੂ ਪ੍ਰਥੀ ਹੈ। ਹੁਕਮ ਹੋਇਆ ਬੈਲ ਸ਼ੇਸ਼ ਤੇ ਸੰਤੋਖ। ਮਹਾਰਾਜ ਕਹਿੰਦੇ ਸੱਚੇ ਧਰਮ ਦਾ ਹੀ ਨਾਮ ਹੈ। ਇਹ ਸੱਚੇ ਧਰਮ ਇਹਨਾਂ ਦੇ ਆਸਰੇ ਧਰਤੀ ਖੜੀ ਹੈ। ਹੋਰ ਕੋਈ ਬੈਲ ਆ ਨਹੀਂ ਹੈ, ਹੋਰ ਕੋਈ ਸ਼ੇਸ਼ ਨਹੀਂ ਹੈ, ਸੰਤੋਖ ਨਹੀਂ। ਇਹ ਸੱਚੇ ਧਰਮ ਦੇ ਹੀ ਨਾਂ ਨੇ। ਸਭ ਖੰਡ ਬ੍ਰਹਿਮੰਡ ਸੱਚ ਦੇ ਆਸਰੇ ਹਨ। ਕਾਠ ਦੇ ਆਸਰੇ ਲੋਹਾ ਤਰਨ ਵਾਂਗੂ ਸੱਚ ਦੇ ਆਸਰੇ ਕੂੜ ਚੱਲਦਾ। ਇਹੋ ਜਿਹੇ ਬਚਨ ਗੁਰੂ ਕਾ ਸਭ ਨੇ ਸਤ ਕਰਕੇ ਮੰਨਿਆ। ਗੁਰੂ ਮਹਾਰਾਜ ਦਾ ਦਮਦਮਾ ਸਾਹਿਬ ਨਿਵਾਸ ਸੁਣ ਕੇ ਫਿਰ ਭਾਈ ਰਾਮ ਸਿੰਘ, ਭਾਈ ਤਰਲੋਕ ਸਿੰਘ ਫੂਲਕਿਆਂ ਦੇ ਤੇ ਦੂਜੇ ਭਰਾਵਾਂ ਸੰਬੰਧੀਆਂ ਸਮੇਤ ਇਹ ਰਸਦ ਦੇ ਗੱਡੇ ਲਦਵਾ ਕੇ ਗੁਰੂ ਸਾਹਿਬ ਕੋਲ ਆਏ। ਨਿਮਰ ਹੋ ਕੇ ਮੱਥਾ ਟੇਕਿਆ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਦੇਸ਼ ਨੂੰ ਨਿਹਾਲ ਕੀਤਾ। ਦਰਸ਼ਨ ਕਰਕੇ ਅਸੀਂ ਵੀ ਕਰਤਾਰਥ ਹੋਏ। ਤੇ ਕੋਲੋਂ ਇੱਕ ਸਿੰਘ ਬੋਲਿਆ, ਸਰਦਾਰ ਜੀ ਅਸੀਂ ਸੁਣਿਆ ਹੈ ਕਿ ਚਮਕੌਰ ਜਾ ਕੇ ਤੁਸੀਂ ਸਾਹਿਬਜ਼ਾਦਿਆਂ ਦੇ ਸੰਸਕਾਰ ਕੀਤੇ, ਸੰਗਤ ਨੂੰ ਉਹ ਕਥਾ ਸੁਣਾਓ। ਫਿਰ ਇਹਨਾਂ ਦੱਸਿਆ, ਕਹਿੰਦੇ ਸਤਿਗੁਰੂ ਅਸੀਂ ਟਕੇ ਤਾਰਨ ਸਰਹੰਦ ਗਏ ਹੋਏ ਸੀ, ਤਾਂ ਸੁਣਿਆ ਕਿ ਗੁਰੂ ਕੇ ਜਿਹੜੇ ਹੈ ਸਿੰਘ ਚਮਕੌਰ ਦੇ ਪਿੰਡ ਦੇ ਵਿੱਚ ਧਰਮ ਯੁੱਧ ਕਰ ਰਹੇ ਹੈ। ਉੱਥੇ ਪਹੁੰਚੇ, ਪਤਾ ਲੱਗਿਆ ਕਿ ਗੁਰੂ ਜੀ ਤਾਂ ਰਾਤੀ ਇੱਥੋਂ ਕਿਧਰੇ ਚਲੇ ਗਏ। ਬਹੁਤ ਸੇ ਸਿੰਘ ਜਾਂ ਸਿੰਘਾਂ ਸਮੇਤ 2 ਸਾਹਿਬਜ਼ਾਦੇ ਵੱਡੇ ਇੱਥੇ ਸ਼ਹੀਦ ਹੋ ਗਏ। ਸਾਨੂੰ ਇਹ ਪਤਾ ਲੱਗਿਆ। ਕਹਿੰਦੇ ਫਿਰ ਅਸੀਂ ਭੇਸ ਬਦਲ ਕੇ ਯੁੱਧ ਭੂਮੀ ਵਿੱਚ ਗਏ। ਉੱਥੇ ਤਾਂ ਮਹਾਰਾਜ ਲੋਥਾਂ ਤੇ ਲੋਥਾਂ ਚੜ੍ਹੀਆਂ ਦੇਖੀਆਂ। ਅਸੀਂ ਭਾਲ ਭਾਲ ਕੇ
ਸਾਹਿਬਜ਼ਾਦਿਆਂ ਦੇ ਸਰੀਰ ਸ਼ਸਤਰਾਂ ਦੇ ਬਿੰਨੇ ਹੋਏ ਲੱਭੇ ਤੇ ਇੱਕ ਗੁਹਾਰੇ ਨੂੰ ਵਿਛਾ ਕੇ ਉਸ ਉੱਤੇ ਦੋਹਾਂ ਸਾਹਿਬਜ਼ਾਦਿਆਂ ਤੇ ਇੱਕ ਹੋਰ ਵੱਡਾ ਸੀ ਲੱਕੜਾਂ ਕੀ ਹੋਰ ਸਭ ਇਕੱਠਾ ਕਰਕੇ ਅਨੇਕਾਂ ਸਿੰਘ ਜੋ ਸਾਨੂੰ ਮਿਲੇ ਉਹਨਾਂ ਦੇ ਦੇਹ ਜਿੰਨੇ ਲੱਭੇ ਧਰ ਕੇ ਜਦੋਂ ਚੰਡੀ ਜਗਾਈ, ਲਾਟਾਂ ਤੇ ਧੂਆਂ ਤੁਰਕਾਂ ਨੇ ਦੇਖਿਆ ਤੇ ਸਾਨੂੰ ਫੜ ਲਿਆ। ਅਸੀਂ ਮਹਾਰਾਜ ਗੂੰਗੇ ਕਮਲੇ ਹੋ ਕੇ ਫਿਰ ਇੱਕਦਮ ਖੇਹ ਉਡਾਉਣ ਲੱਗ ਪਏ, ਜੋ ਮੂੰਹ ਆਇਆ ਬੋਲਣ ਲੱਗ ਪਏ, ਜਿਸ ਕਰਕੇ ਉਹਨਾਂ ਨੇ ਸਾਨੂੰ ਕਮਲੇ ਸਮਝ ਕੇ ਛੱਡ ਦਿੱਤਾ। ਅਸੀਂ ਜਦੋਂ ਭੱਜੇ ਆਪਣੇ ਪਿੰਡ ਆ ਵੜੇ, ਫਿਰ ਸਾਨੂੰ ਖਬਰ ਨਹੀਂ ਉੱਥੇ ਪਿੱਛੋਂ ਕੀ ਹੋਇਆ। ਜਿਉਂ-ਜਿਉਂ ਉਹਨਾਂ ਇਹ ਕਥਾ ਸੁਣਾਈ, ਮਾਈਆਂ ਤੇ ਰੋ ਰੋ ਕੇ ਫਾਵੀਆਂ ਹੋ ਪਈਆਂ। ਸਾਰੀਆਂ ਸੰਗਤਾਂ ਦੇ ਨੇਤਰ ਬਹਿ ਤੁਰੇ। ਹੁਕਮ ਹੋਇਆ, ਮਹਾਰਾਜ ਕਹਿੰਦੇ, ਭਾਈ ਰਾਮਾ, ਭਾਈ ਤਲੋਕੇ, ਅਸੀਂ ਤੁਸਾਂ ਪਰ ਬਹੁਤ ਪ੍ਰਸੰਨ ਹਾਂ, ਜੋ ਇੱਛਾ ਹੈ ਸੋ ਮੰਗੋ। ਉਹਨਾਂ ਬੇਨਤੀ ਕੀਤੀ ਸੱਚੇ ਪਾਤਸ਼ਾਹ ਵੀ ਇਸ ਦੇਸ਼ ਦੇ ਵਿੱਚ ਮਾਨਾਂ ਤੇ ਭੁੱਲਰਾਂ ਦਾ ਬਹੁਤ ਜ਼ੋਰ ਹੈ। ਸਾਨੂੰ ਮਹਾਰਾਜ ਬਖਸ਼ਿਸ਼ ਹੋਈ, ਛੇਵੇਂ ਪਾਤਸ਼ਾਹ ਮਹਾਰਾਜ ਤੋਂ ਐਸੀਆਂ ਕਿਰਪਾ ਹੋਈਆਂ, ਪਰ ਸਾਡੀ ਮਾਲਕੀ ਨਹੀਂ ਹੋਣ ਦਿੰਦੇ, ਜ਼ਮੀਨ ਬਖਸ਼ੋ। ਗੁਰੂ ਸਾਹਿਬ ਕਹਿੰਦੇ ਤੁਹਾਡੀ ਮਾਲਕੀ ਸਭ ਤੋਂ ਬਹੁਤੀ ਹੋਵੇਗੀ ਤੇ ਰਾਜ ਵੀ ਤੁਹਾਡਾ ਹੋਵੇਗਾ, ਕਿਉਂਕਿ ਗੁਰੂ ਹਰਾਏ ਜੀ ਦੇ ਬਚਨ ਕਦੇ ਨਹੀਂ ਟਲਣੇ। ਇਹ ਮਹਾਰਾਜ ਹੋਇਆ ਕਿਉਂ ਨਹੀਂ ਹੁਣ ਤੱਕ? ਗੁਰੂ ਸਾਹਿਬ ਕਹਿੰਦੇ ਤੁਸੀਂ ਖੰਡੇ ਦਾ ਅੰਮ੍ਰਿਤ ਛਕ ਲਓ। ਗੁਰੂ ਕਾ ਬਚਨ ਮੰਨ ਕੇ ਫਿਰ ਉਹਨਾਂ ਨੇ ਵੀ ਭਾਈ ਡੱਲੇ ਵਾਂਗੂ ਬਹੁਤ ਉਤਸ਼ਾਹ ਸਹਿਤ ਆਪਣੇ ਭਾਈਚਾਰੇ ਸਮੇਤ ਅੰਮ੍ਰਿਤ ਛਕਿਆ। ਇੱਕ ਚੰਗਾ ਘੋੜਾ 125 ਰੁਪਈਆ, ਅਨੇਕਾਂ ਸ਼ਸਤਰਾਂ ਬਸਤਰਾਂ ਸਮੇਤ ਗੁਰੂ ਸਾਹਿਬ ਦੇ ਅੱਗੇ ਤੇ ਤਿਉਰ ਜੇਵਰ ਮਾਈਆਂ ਨੂੰ ਅਰਪਣ ਕੀਤੇ। ਦੂਜੇ ਦਿਨ ਗੁਰੂ ਸਾਹਿਬ ਵੱਲੋਂ ਸਿਰੋਂ ਪਾਓ ਮਿਲੇ ਤੇ ਵਿਦਾ ਹੋ ਕੇ ਘਰ ਗਏ। ਫੂਲਕਿਆਂ ਨੂੰ ਐਸੀ ਬਖਸ਼ੀਸ਼ ਹੋਈ। ਗੁਰੂ ਕੀਆਂ ਅਨੇਕ ਅਜਮਤਾਂ ਸੁਣ ਕੇ ਬੰਗੇਰੀਏ ਜਿਹੜੇ ਸੀ, ਬੰਗੇਰ ਗੋਦ ਦੇ ਜਾਂ ਬੰਗੇਰੀਏ ਇਹ ਜੱਟ ਸਨ, ਇਕੱਠੇ ਹੋ ਕੇ ਇਹ ਵੀ ਮਹਾਰਾਜ ਕੋਲੇ ਆ ਗਏ ਵੀ ਫੂਲਕਿਆਂ ਤੇ ਬਖਸ਼ਿਸ਼ਾਂ ਹੋਈਆਂ, ਆਪਾਂ ਵੀ ਚੱਲੀਏ। ਸਾਰਿਆਂ ਨੇ ਰੁਪਈਏ ਥਾਨ ਚੜਾਏ। ਮਾਲਵੇ ਦਾ ਇਹ ਰਿਵਾਜ ਸੀ, 5 ਰੁਪਈਏ ਰੱਖਣੇ ਇੱਕ ਖੇਸ। ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਮਾਰਖੰਡ ਮੈਹਾਂ ਆਪ ਕੇ ਸਿੱਖਾਂ ਨੂੰ ਦਿੱਤਾ ਸੀ, ਜਿਹੜਾ ਬਠਿੰਡੇ ਬਲੀ ਦਿੱਤਾ ਸੀ, ਉਹ ਗੁਨਾਹ ਸਾਨੂੰ ਮਾਫ ਕਰੋ। ਹੁਕਮ ਹੋਇਆ, ਸਾਧ ਸੰਗਤ ਦੀ ਸੇਵਾ, ਸਤਨਾਮ ਦਾ ਜਾਪ ਕਰਿਆ ਕਰੋ, ਤੁਹਾਡੀ ਇੱਜ਼ਤ ਆਬਰੋ ਸਦਾ ਬਣੀ ਰਹੇਗੀ, ਆਪਣੀ ਮਾਰੀ ਆਪ ਖਾਓਗੇ। ਬਹੁਤ ਖੁਸ਼ੀ ਨਾਲ ਸਿੰਘ ਸਜੇ, ਉਹ ਵੀ ਸਿਰੋਂ ਪਾਓ ਲੈ ਕੇ ਵਿਦਾ ਹੋਏ। ਇੱਕ ਦਿਨ ਰਾਏ ਡੱਲਾ ਸਿੰਘ ਇਤਿਆਦਿਕ ਹੋਰ ਸਰਦਾਰ ਗੁਰੂ ਮਹਾਰਾਜ ਦੇ ਸਾਥ ਸ਼ਿਕਾਰ ਗਏ ਤਾਂ ਇੱਕ ਉੱਚੀ ਟਿੱਬੀ ਉੱਤੇ ਖੜੇ ਹੋ ਕੇ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ, ਦੇਖ ਡੱਲਿਆ ਸਿੰਘਾ, ਕਿਹੀਆਂ ਕਣਕਾਂ ਖੜੀਆਂ ਨੇ। ਇਹ ਸਾਬੋ ਕੇ ਜਿਹੜੇ ਡੱਲੇ ਦੇ ਨਾਲ ਸੀ ਸਾਰੇ ਕਹਿਣ ਲੱਗੇ, ਸਤਿਗੁਰੂ ਇਹ ਤਾਂ ਉਲੇਹੇ ਹੈ, ਖੋਹੀ ਤੇ ਘਾਹ ਹੈ, ਕਾਹੀ ਉਹਦਾ ਤਲ ਜੰਮਿਆ ਹੋਇਆ ਨਜ਼ਰ ਆ ਰਿਹਾ, ਮਹਾਰਾਜ ਕਣਕ ਨਹੀਂ ਹੈ ਇਹ। ਫਿਰ ਥੋੜੀ ਦੇਰ ਤੇ ਪਿੱਛੋਂ ਉਹ ਲੰਬਰੇ ਜੇ ਹੋਏ ਜੰਡਾਂ ਕਰੀਰਾਂ ਬਣਾ ਨੂੰ ਦੇਖ ਕੇ ਗੁਰੂ ਸਾਹਿਬ ਨੇ ਫੇਰ ਕਹਿਤਾ, ਦੇਖ ਡੱਲ ਸਿੰਘਾ, ਕਿਹੇ ਅੰਬ ਅਨਾਰ ਦਿਖਾਈ ਦਿੰਦੇ ਆ। ਫਿਰ ਉਹ ਡੱਲੇ ਦੇ ਨਾਲ ਹੋਰ ਸਾਰੇ ਸਾਥੀ ਕਿ ਮਹਾਰਾਜ ਇਹ ਤਾਂ ਜੰਡ ਕਰੀਰ ਬਣ ਬੇਰੀਆਂ ਨੇ, ਅੰਬ ਅਨਾਰ ਇੱਥੇ ਕਿੱਥੋਂ? ਤੀਜੀ ਵਾਰੀ ਫਿਰ ਰੇਤ ਦੇ ਟਿੱਬੇ ਦੇਖ ਕੇ ਬਚਨ ਕੀਤਾ, ਦੇਖੋ ਭਾਈ ਕਹੀਆਂ ਨਹਿਰਾਂ ਜਿਹੜੀਆਂ ਨੇ ਉਹਨਾਂ ਦੀਆਂ ਲਹਿਰਾਂ ਝਲਕ ਰਹੀਆਂ। ਉਹ ਹੱਸ ਕੇ ਆਖਣ ਲੱਗੇ, ਸਤਿਗੁਰੂ ਇਹ ਤਾਂ ਕੱਕੇ ਰੇਤੇ ਦੀਆਂ ਕਿੰਗਰੀਆਂ ਟਿੱਬੀਆਂ ਉੱਤੇ ਅੰਧੇਰੀ ਚੱਲਣ ਕਰਕੇ ਉਹ ਨਹਿਰਾਂ ਵਧੀਆ ਲਹਿਰਾਂ ਦਿਸਦੀਆਂ। ਮਹਾਰਾਜ ਨਹਿਰਾਂ ਇੱਥੋਂ ਕਿੱਥੇ ਆਈਆਂ, ਇੱਥੇ ਤਾਂ ਪਾਣੀ ਵੀ ਨਹੀਂ ਮਿਲਦਾ। ਤਿੰਨੇ ਵਾਰੀ ਜਵਾਬ ਸੁਣ ਕੇ ਮਹਾਰਾਜ ਨੇ ਬਚਨ ਕੀਤਾ, ਜਾ ਮਾਰਿਆ ਮਾਲਵਿਆ, ਤੁਹਾਨੂੰ ਸਵਾ ਪਹਿਰ ਦਿਨ ਚੜ੍ਹੇ ਅਕਲ ਆਇਆ ਕਰੂ, ਜਾਂ ਪਿੱਛੋਂ ਪਛਤਾ ਕੇ ਸਮਝਿਆ ਕਰੋਗੇ। ਜੇ ਤੁਸੀਂ 7 ਵਚਨ ਆਖ ਦਿੰਦੇ ਨਾ, ਸਾਰੀ ਸਰਹੰਦ ਦੇ ਮੇਵੇ ਅਸੀਂ ਇੱਥੇ ਹੁਣੇ ਹੀ ਭਰ ਦਿੱਤੇ ਸੀ, ਤੁਸਾਂ ਨਾ ਕੀਤੀ ਹੈ, ਪਰ ਸੇਵਾ ਵੀ ਬਹੁਤ ਕੀਤੀ ਮਹਾਰਾਜ ਕਹਿੰਦੇ। ਇਸ ਕਰਕੇ ਹੁਣ ਸਮਾਂ ਪਾ ਕੇ ਇਹ ਬਚਨ ਸੱਤ ਹੋਣਗੇ। ਗੁਰੂ ਸਾਹਿਬ ਦੇ ਬਚਨ ਸੰਮਤ 1763 ਬਿਕਰਮੀ ਨੂੰ ਹੋਇਆ ਤੇ ਫਿਰ ਨਹਿਰਾਂ ਬਿਕਰਮੀ ਸੰਮਤ 1941 ਬਿਕਰਮੀ ਨੂੰ, ਭਾਵ ਮੰਨ ਕੇ ਚੱਲੋ ਬਈ ਜਿਹੜਾ 1800 ਜੇ ਆਪਾਂ ਈਸਵੀ ਸੰਨ ਗਿਣੀਏ ਤਾਂ ਉਹ 84-85 ਹੋਊਗਾ।
ਉਦੋਂ ਫਿਰ ਇਹ ਨਹਿਰਾਂ ਚੱਲੀਆਂ, ਜਿਸ ਕਰਕੇ ਹੁਣ ਦੇਖੋ ਮਾਲ ਵਿੱਚ ਕਣਕ, ਕਮਾਦ, ਅੰਬ, ਅਨਾਰ ਸਭ ਕੁਝ ਹੋਣ ਲੱਗ ਪਿਆ। ਗੁਰੂ ਸਾਹਿਬ ਜੀ ਦੇ ਕੋਲ ਕੋਟਕਪੂਰੇ ਦੇ ਗਿਰਦ ਬਣੇ ਵਾਹੀ ਉੱਥੋਂ ਦੀ ਸੰਗਤ ਆਈ, ਕੋਟਕਪੂਰੇ ਦੇ ਆਲੇ ਦੁਆਲੇ ਦੀ, ਅਤੀ ਸ਼ਰਧਾ ਨਾਲ ਮੱਥਾ ਟੇਕ ਕੇ ਕਾਰ ਭੇਟਾ ਦਿੰਦੀ ਗਈ। ਸਭ ਇਹੀ ਆਖਦੇ ਰਹੇ, ਗੁਰੂ ਸਾਹਿਬ ਜੀ ਬਖਸ਼ੋ, ਤੁਸਾਂ ਕਪੂਰੇ ਨੂੰ ਸ਼ਰਾਪ ਦਿੱਤਾ ਸੀ ਕਿ ਖੇ ਦਾ ਤੋਬਰਾ ਚਾੜ ਕੇ ਤੈਨੂੰ ਤੁਰਕ ਫਾਂਸੀ ਦੇਣਗੇ। ਉਹ ਤੁਹਾਡਾ ਬਚਨ ਮਹਾਰਾਜ ਸੱਤ ਹੋ ਗਿਆ। ਜਦੋਂ ਚੌਧਰੀ ਕਪੂਰੇ ਨੂੰ ਈਸੇ ਖਾਂ ਮੰਝ ਰਾਜਪੂਤ ਕੋਟ ਈਸੇ ਖਾਂ ਵਾਲੇ ਨੇ ਆਪਣੇ ਘਰ ਧੋਖੇ ਨਾਲ ਬੁਲਾ ਕੇ ਫਾਂਸੀ ਦੇਣਾ ਚਾਹਿਆ ਤਾਂ ਚੌਧਰੀ ਕਪੂਰੇ ਨੇ ਆਖਿਆ ਸੀ, ਰੱਬ ਦੇ ਵਾਸਤੇ ਫਾਂਸੀ ਮੈਨੂੰ ਬੇਸ਼ੱਕ ਚਾੜ ਦਿਓ, ਪਰ ਮੇਰੇ ਮੂੰਹ ਅੱਗੇ ਖੇ ਦਾ ਤੋਬਰਾ ਭਰ ਕੇ ਚਾੜਿਓ, ਕਿਉਂਕਿ ਜੋ ਮੈਨੂੰ ਮੇਰੇ ਗੁਰੂ ਦਾ ਇਹ ਸਰਾਪ ਹੈ ਕਿ ਤੈਨੂੰ ਤੁਰਕ ਖੇ ਦਾ ਤੋਬਰਾ ਚਾੜ ਕੇ ਫਾਂਸੀ ਦੇ ਕੇ ਮਾਰਨਗੇ। ਜੇ ਤੁਸੀਂ ਹੁਣ ਤੋਬਰਾ ਨਾ ਚੜਾਓਗੇ, ਕੱਲੀ ਫਾਂਸੀ ਦੇਤੀ, ਕਪੂਰਾ ਕਹਿੰਦਾ ਫਿਰ ਮੈਨੂੰ ਹੋਰ ਜਨਮ ਧਾਰਨੇ ਪੈਣਗੇ। ਇਹ ਗੱਲ ਸੁਣ ਕੇ ਤੁਰਕਾਂ ਨੇ ਜਿਉਂ ਹੀ ਕਪੂਰੇ ਨੇ ਜਿਵੇਂ ਕਿਹਾ ਸੀ ਉਸੇ ਤਰ੍ਹਾਂ ਉਹਨੂੰ ਮਹਾਰਾਜ ਮਾਰ ਦਿੱਤਾ। ਇਹ ਕਥਾ ਸੁਣ ਕੇ ਰਾਏ ਡੱਲਾ ਸਿੰਘ ਤੇ ਆਦਿਕ ਹੋਰ ਜਿੰਨੇ ਲੋਕ ਉੱਥੇ ਬੈਠੇ ਸਭ ਗੁਰੂ ਕੇ ਬਚਨਾਂ ਨੂੰ ਪੱਥਰ ਦੀ ਲੀਕ, ਰਾਮ ਦੇ ਬਾਣ ਅਮੋਘ ਸਮਝ ਕੇ ਬਹੁਤ ਡਰੇ, ਸ਼ਰਧਾ ਹੋਈ। ਇਹੋ ਜਿਹੇ ਅਨੇਕਾਂ ਬਚਨ ਸਫਲੇ ਹੋਏ ਦੇਖ ਸੁਣ ਕੇ ਸਾਰਾ ਮਾਲਵਾ ਦੇਸ਼ ਹੁਮ ਹੁਮਾ ਕੇ ਇੱਕੋ ਵਾਰੀ ਹੀ ਗੁਰੂ ਕੇ ਚਰਨਾਂ ਬੰਨੀ ਝੁਕ ਪਿਆ, ਜਿਸ ਕਰਕੇ ਹਰ ਵੇਲੇ ਗੁਰੂ ਸਾਹਿਬ ਦੇ ਕੋਲ ਮੇਲਾ ਭਰਿਆ ਰਹਿਣ ਲੱਗਿਆ। ਹੁਣ ਇੱਥੇ ਰਹਿ ਕੇ ਗੁਰੂ ਸਾਹਿਬ ਜੀ ਨੇ ਉਹ ਸੰਕਲਪ ਵੀ ਪੂਰਾ ਕੀਤਾ ਜੋ ਧੀਰ ਮੱਲ ਨੇ ਤਾਨਾ ਦੇ ਕੇ ਭੇਜਿਆ ਸੀ ਕਿ ਜੇਕਰ ਗੁਰੂ ਗੋਬਿੰਦ ਸਿੰਘ ਸੱਚਾ ਗੁਰੂ ਹੈ ਤਾਂ ਮੇਰੇ ਕੋਲੋਂ ਪਾਠ ਕਰਨ ਲਈ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਉਂ ਮੰਗਵਾਉਂਦਾ ਹੈ, ਆਪ ਉਹੇ ਜਿਹਾ ਹੋਰ ਰਚ ਲਵੇ। ਹੁਣ ਦਮਦਮਾ ਸਾਹਿਬ ਜੰਗਾਂ ਯੁੱਧਾਂ ਤੋਂ ਫੁਰਸਤ ਪਾ ਕੇ ਗੁਰੂ ਸਾਹਿਬ ਨੇ ਰੀਤ ਥਾਪੀ, ਇੱਕ ਪਹਿਰ ਨਿਤਾ ਪ੍ਰਤੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੰਬੂ ਵਿੱਚ ਬੈਠ ਕੇ ਉਚਾਰਦੇ ਰਹਿੰਦੇ। ਭਾਈ ਮਨੀ ਸਿੰਘ ਜੀ ਲਿਖਦੇ ਰਹਿੰਦੇ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤਿਆਰ ਕਰਾ ਕੇ ਵੱਡਾ ਭਾਰੀ ਜੱਗ ਤੇ ਉਤਸ਼ਾਹ ਕੀਤਾ। ਉਸ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਫਿਰ ਦਸਮ ਗੁਰੂ ਸਾਹਿਬ ਦੇ ਰਚੇ ਹੋਏ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਤੇ ਜਿਹੜੀ ਬਾਬਾ ਧੀਰਮੱਲ ਕੋਲ ਹੈ ਕਰਤਾਰਪੁਰ, ਕੇਵਲ 5-7 ਜਗ੍ਹਾ ਅੱਖਰਾਂ ਦਾ ਕਿੰਚਕ ਪਾਠ ਭੇਦ ਫਰਕ ਰੱਖਿਆ, ਉਹ ਵੀ ਜਾਣ ਕੇ ਰੱਖਿਆ, ਹੋਰ ਕੋਈ ਫਰਕ ਨਹੀਂ। ਤੋ ਇਸ ਤਰ੍ਹਾਂ ਗੁਰੂ ਸਾਹਿਬਾਂ ਨੇ ਕਿਰਪਾ ਕੀਤੀ ਤੇ ਉਹ ਗੁਰੂ ਗ੍ਰੰਥ ਸਾਹਿਬ ਦਸਮ ਗੁਰੂ ਰਚਤ ਖਾਲਸੇ ਦੇ ਦਲ ਵਿੱਚ ਰਿਹਾ ਕਰਦਾ, ਜਿਹੜਾ ਮਹਾਰਾਜ ਨੇ ਇੱਥੋਂ ਜਦੋਂ ਵੱਡਾ ਘੱਲੂਘਾਰਾ ਹੋਇਆ ਤਦ ਅਹਿਮਦ ਸ਼ਾਹ ਦੁਰਾਨੀ ਲੈ ਗਿਆ ਤੇ ਹੁਣ ਉਹ ਗਿਆਨੀ ਗਿਆਨ ਸਿੰਘ ਜੀ ਲਿਖਦੇ ਕਾਬਲ ਵਿੱਚ ਬੜੀ ਧਰਮਸ਼ਾਲਾ ਵਿਖੇ ਪੁੰਨਿਆਂ ਨੂੰ ਦਰਸ਼ਨ ਹੁੰਦਾ ਹੈ। ਤੇ ਉਸ ਤੋਂ 4 ਸਵਾਰੇ ਜਿਹੜੇ ਹੋਰ ਬਾਬਾ ਦੀਪ ਸਿੰਘ ਜੀ ਸ਼ਹੀਦ ਨੇ ਉਹ ਜਿਹੇ ਕੱਦਾਵਰ ਸੁੰਦਰ ਲਿਖਾਏ, ਉਹਨਾਂ ਵਿੱਚੋਂ ਇੱਕ ਦਮਦਮੇ, ਇੱਕ ਪਟਨੇ, ਇੱਕ ਕਾਲ ਬੁੰਗੇ ਤੇ ਕੇਸਗੜ੍ਹ, ਇਹ ਸਭ ਵੱਡੇ ਬਾਬੇ ਬੋਲੇ ਜਾਂਦੇ ਆ। ਤੇ ਇਸ ਤਰ੍ਹਾਂ ਕੁਠਾਲੇ ਪਿੰਡ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ, ਉਹਨਾਂ ਦਾ ਇਹ ਦਾਅਵਾ ਹੈ ਕਿ ਉਹ ਇੱਥੇ ਆ ਜਿਹੜਾ ਮਹਾਰਾਜ ਨੇ ਲਿਖਵਾਇਆ। ਚਲੋ ਇਹ ਖੋਜ ਦੀਆਂ ਗੱਲਾਂ, ਇਹ ਕੋਈ ਆਪਣਾ ਇਹਦੇ ਵਿੱਚ ਵਿਵਾਦ ਨਹੀਂ ਹੋਣਾ ਚਾਹੀਦਾ। ਬਾਣੀ ਹੋਈ ਹੈ, ਮਹਾਰਾਜ ਨੇ ਕਿਰਪਾ ਕੀਤੀ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੇ ਕੋਈ ਮਾੜੇ ਮੋਟੇ ਭੇਦ ਜਿਨ੍ਹਾਂ ਮਹਾਰਾਜ ਨੂੰ ਪੰਜ ਰੱਖੇ, ਜਿਵੇਂ ਵੀ ਗੁਰੂ ਸਾਹਿਬ ਦੀ ਮੌਜ ਹੈ ਤੇ ਅਤਿਅੰਤ ਭਾਰੀ ਸਮਰੱਥਾ ਤੇ ਤ੍ਰਿਕਾਲਯੁਕਤਾ, ਜੋ ਕਿ ਦੇਖੋ ਬੜੇ ਬੜੇ ਅਵਤਾਰਾਂ ਨੂੰ ਵੀ ਦੁਰਲਭ ਸੀ। ਇਹ ਦੇਖ ਸੁਣ ਕੇ ਸਭ ਸੰਗਤ ਬਲਕਿ ਅਨਮਤੀ ਜਿਹੜੇ ਹੋਰ ਨੇ ਨਾ ਉਹ ਵੀ ਹੱਕੇ ਬੱਕੇ ਰਹਿ ਗਏ। ਮਹਾਰਾਜ ਨੇ ਸਾਰੀ ਬਾਣੀ ਸਾਰੇ ਗੁਰੂ ਸਾਹਿਬਾਨਾਂ ਦੀ, 6 ਗੁਰੂ ਸਾਹਿਬਾਨਾਂ ਦੀ, ਫਿਰ ਦੇਖੋ ਜਿਹੜੀ ਹੈ ਕਿਉਂਕਿ ਪਹਿਲੇ 5 ਗੁਰੂ ਸਾਹਿਬਾਨ ਦੀ ਬਾਣੀ ਤੇ 6ਵੇਂ ਮਹਾਰਾਜ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਫਿਰ ਗੁਰਮੁਖੋ 3 ਗੁਰਸਿੱਖਾਂ ਦੀ ਬਾਣੀ, ਫਿਰ 15 ਭਗਤਾਂ ਦੀ ਬਾਣੀ, ਫਿਰ 17 ਭੱਟਾਂ ਦੀ ਬਾਣੀ, ਸਾਰੀ ਮਹਾਰਾਜ ਨੇ ਜੋ ਉਵੇਂ ਕੰਠ ਉਚਾਰ ਕੇ ਲਿਖਵਾਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭ ਜਿਵੇਂ ਬਲ ਹੋਆ ਬੰਧਨ ਛੁੱਟੇ, ਇਹ ਸਾਰਾ ਫਿਰ ਮਹਾਰਾਜ ਨੇ ਜਿਹੜਾ ਹੈ ਨਾਲ ਆਪ ਵੀ ਮਹਾਰਾਜ ਨੇ ਰਚਨਾ ਕਰਕੇ, ਤੋ ਜਿਵੇਂ ਵੀ ਉਹ ਮਹਾਰਾਜ ਦੀ ਮੌਜ ਸੀ, ਗੁਰੂ ਕਹਿ ਨੇ ਬਾਣੀ ਜਿਹੜੀ ਹੈ
ਸਾਰੀ ਆਪ ਕਲਗੀਧਰ ਪਾਤਸ਼ਾਹ ਨੇ ਲਿਖਵਾਈ। ਤੇ ਹੁਣ ਭਾਈ ਦਇਆ ਸਿੰਘ ਜੀ ਇਤਿਆਦਿਕ ਜਿਹੜਾ ਦੀਨੇ ਨਗਰ ਤੋਂ ਗੁਰੂ ਸਾਹਿਬ ਦੇ ਭੇਜੇ ਜਫਰਨਾਮਾ ਲੈ ਕੇ ਪੰਜ ਸਿੰਘਾਂ ਸਮੇਤ ਔਰੰਗਜ਼ੇਬ ਕੋਲ ਦੱਖਣ ਦੇਸ਼ ਨੌਰੰਗਾਬਾਦ ਗਏ ਹੋਏ ਸੀ ਨਾ, ਜਦੋਂ ਉਹਨਾਂ ਨੇ ਉੱਥੇ ਜਾ ਕੇ ਵੱਡੇ ਯਤਨ ਚਤਰਾਈ ਨਾਲ ਔਰੰਗੇ ਨੂੰ ਗੁਰੂ ਸਾਹਿਬ ਜੀ ਵੱਲੋਂ ਉਹ ਖਰੀਤਾ ਅਰ ਉਹਨੇ ਪੜ੍ਹ ਕੇ ਸਾਰਾ ਜਿਹੜਾ ਜਫਰਨਾਮਾ ਸਾਰਾ ਹਵਾਲਾ ਜ਼ਬਾਨੀ ਭਾਈ ਸਾਹਿਬ ਤੋਂ ਪੁੱਛ ਕੇ ਇਹ ਨਿਸ਼ਚੇ ਕਰ ਲਿਆ ਕਿ ਇਸ ਪੀਰ ਨਾਲ ਠੀਕ ਹੀ ਮੇਰੇ ਹਾਕਮਾਂ ਨੇ ਬਹੁਤ ਵੱਡਾ ਦਗਾ ਫਰੇਬ ਕਰਕੇ ਇਸ ਗੁਰੂ ਨੂੰ ਨੁਕਸਾਨ ਪਹੁੰਚਾਇਆ ਹੈ। ਪਹਾੜੀ ਰਾਜੇ ਇਸ ਦੇ ਪੰਥ ਚਲਾਉਣੇ ਔਰ ਬੁੱਤ ਪ੍ਰਸਤੀ ਹਟਾਉਣੇ ਪਰ ਬੁਰਾ ਮੰਨ ਕੇ ਇਸ ਦੇ ਬੈਰੀ ਬਣ ਬੈਠੇ ਹਨ। ਤੇ ਉਹਨਾਂ ਨੇ ਸ਼ਾਹੀ ਹਾਕਮਾਂ ਨੂੰ ਆਪਣੇ ਢੰਗ ਨਾਲ ਚੜ੍ਹਾ ਕਰਕੇ ਗੁਰੂ ਨਾਲ ਲੜਾਈ ਕਰਾਤੀ, ਜਿਸ ਤੋਂ ਇਹਦਾ ਬਹੁਤ ਨੁਕਸਾਨ ਹੋ ਗਿਆ ਹੋਵੇਗਾ। ਔਰ ਇਹ ਕੋਈ ਖੁਦਾ ਪ੍ਰਸਤ ਕਰਾਮਾਤ ਵਾਲਾ ਆਦਮੀ ਹੈ, ਜੋ ਇਸ ਦੀ ਤਸਨੀਫ ਤੋਂ ਹੀ ਇਹ ਸਾਬਤ ਹੁੰਦਾ ਹੈ। ਉਸ ਵੇਲੇ ਉਹ ਲਿਖਤ ਜਿਹੜੀ ਰਾਏ ਡੱਲੇ ਦੀ ਲਿਖੀ ਹੋਈ ਸੂਬੇ ਸਰਹੰਦ ਨੇ ਭੇਜੀ ਸੀ, ਪੇਸ਼ਕਾਰ ਨੇ ਉਹ ਵੀ ਪੇਸ਼ ਕਰਤੀ। ਉਹਨੂੰ ਦੇਖ ਕੇ ਤਾਂ ਫਿਰ ਔਰੰਗੇ ਨੂੰ ਪੱਕਾ ਨਿਸ਼ਚਾ ਹੋ ਗਿਆ ਕਿ ਹੁਣ ਉਸ ਗੁਰੂ ਨਾਲ ਵਿਗਾੜ ਕਰਨੇ ਕਰਕੇ ਸਾਡਾ ਬਹੁਤ ਨੁਕਸਾਨ ਹੋਵੇਗਾ, ਕਿਉਂਕਿ ਸਾਰਾ ਦੇਸ਼ ਉਸ ਦਾ ਮਰੀਦ ਹੋਣ ਕਰਕੇ ਕਰੋੜਾਂ ਆਦਮੀ ਉਸ ਦੇ ਪਿੱਛੇ ਆਪਣਾ ਜਾਨ ਮਾਲ ਦੇਣ ਨੂੰ ਵੀ ਤਿਆਰ ਬੈਠੇ। ਉਹ ਸਾਰੇ ਸਾਡੇ ਬੈਰੀ ਬਣ ਜਾਣਗੇ। ਜੇ ਅਸੀਂ ਉਹਨਾਂ ਨੂੰ ਮਾਰਾਂਗੇ ਤਾਂ ਵੀ ਉਹ ਸਾਡੀ ਰਹੀਏ ਤਾਂ ਉਹਨਾਂ ਦਾ ਨੁਕਸਾਨ ਵੀ ਸਾਡਾ ਨੁਕਸਾਨ ਹੈ, ਤਾਂ ਤੇ ਇਸ ਨਾਲ ਮੇਲ ਕਰ ਲੈਣਾ ਹੀ ਭਲਾ ਹੈ। ਇਹ ਸਲਾਹ ਠੀਕ ਮਨ ਵਿੱਚ ਠੱਠ ਕੇ ਔਰੰਗਜ਼ੇਬ ਨੇ ਕੁਮਰਾਸਲਾ ਜਵਾਬ, ਜਿਵੇਂ ਆਪਾਂ ਕਹਿੰਦੇ ਆ, ਫਿਰ ਉਹ ਸਾਰੇ ਇੱਕ ਹੁਕਮ ਆਪਣਾ ਸੂਬਿਆਂ ਵੱਲ ਵੀ ਭੇਜਿਆ ਤੇ ਗੁਰੂ ਸਾਹਿਬ ਦੇ ਪਾਸ ਇਸ ਮਜ਼ਮੂਨ ਦਾ ਭੇਜਤਾ ਕਿ ਮੈਂ ਚੰਗੀ ਤਰ੍ਹਾਂ ਜਾਣ ਲਿਆ, ਤੁਸੀਂ ਉਸੇ ਸੱਚੇ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਸੱਚੇ ਖੁਦਾ ਪ੍ਰਸਤ ਹੋ। ਮੇਰੇ ਅਮਲੇ ਨੇ ਬੁੱਤ ਪ੍ਰਸਤ ਪਹਾੜੀ ਰਾਜਿਆਂ ਦੇ ਆਖੇ ਲੱਗ ਕੇ ਤੁਹਾਡੇ ਪਰ ਜ਼ੋਰ ਜ਼ੁਲਮ ਦਾ ਵਰਤਾਅ ਕੀਤਾ ਹੈ, ਜਿਸ ਦਾ ਫਲ ਮੈਂ ਖੁਦ ਦਿੱਲੀ ਆ ਕੇ ਉਹਨਾਂ ਨੂੰ ਦੇਵਾਂਗਾ। ਔਰ ਆਪ ਬਹੁਤ ਜਲਦ ਕਿਰਪਾ ਕਰੋ ਮੇਰੇ ਪਾਸ ਚੱਲੇ ਆਓ। ਤੇ ਬਹੁਤ ਸੂਬੇ ਸਰਹੰਦ ਵਾਲੇ ਵਜੀਦ ਖਾਨ ਦੇ ਨਾਮ ਫਰਮਾਨ ਜਾਰੀ ਕੀਤਾ ਕਿ ਤੁਸਾਂ ਨਾਨਕ ਸ਼ਾਹ ਖੁਦਾ ਪ੍ਰਸਤ ਪੀਰ ਦੇ ਗੱਦੀ ਨਸ਼ੀਨ ਉਹਨਾਂ ਪਰ ਪਹਾੜੀ ਬੁੱਤ ਪ੍ਰਸਤ ਰਾਜਿਆਂ ਦੇ ਆਖੇ ਲੱਗ ਕੇ ਧੋਖੇ ਨਾਲ ਮੇਤੋਂ ਹੁਕਮ ਲੈ ਕੇ ਲਸ਼ਕਰ ਨਹੀਂ ਮੰਗਾਉਣਾ ਸੀ, ਕਿਉਂਕਿ ਜਦ ਉਸਨੇ ਸ਼ਾਹੀ ਨੁਕਸਾਨ ਕੋਈ ਨਹੀਂ ਸੀ ਕੀਤਾ ਤਾਂ ਤੁਸਾਂ ਨਾ ਹੱਕੀ ਕਰੋੜਾਂ ਰੁਪਏ ਤੇ ਹਜ਼ਾਰਾਂ ਸ਼ਾਹੀ ਆਦਮੀ ਕਿਉਂ ਮਰਵਾ ਸੁੱਟੇ। ਇਹ ਬਹੁਤ ਸਾਰਾ ਬੁਰਾ ਕੰਮ ਕੀਤਾ। ਔਰ ਤੁਸਾਂ ਕਿਹੜਾ ਦੇਸ਼ ਤੇ ਖਜ਼ਾਨਾ ਲੈਣਾ ਜੋ ਐਡੀ ਲੜਾਈ ਚੁੱਕੀ, ਇਸ ਦਾ ਜਵਾਬ ਧਰਮ ਨਾਲ ਦਿਓ ਔਰ ਅੱਗੇ ਨੂੰ ਇਸ ਪਾਰ ਵੱਲ ਕਦੇ ਮੈਲੀ ਅੱਖ ਰੱਖ ਕੇ ਨਹੀਂ ਤੱਕਣਾ। ਜਿੱਥੇ ਉਸ ਦਾ ਭਾਵ ਗੁਰੂ ਸਾਹਿਬ ਬਾਰੇ ਕਹਿੰਦਾ ਹੈ ਔਰੰਗਾ ਕਿ ਜਿੱਥੇ ਉਸ ਦਾ ਮਨ ਚਾਹੇ ਉੱਥੇ ਰਹੇ। ਇਹ ਹੁਕਮ ਸੁਣ ਕੇ ਸੂਬੇ ਸਰਹੰਦੀ ਦੇ ਤਾਂ ਮਾਪੇ ਮਰ ਗਏ। ਗੁਰੂ ਸਾਹਿਬ ਨੇ ਦੱਖਣ ਫਿਰ ਇਧਰੋਂ ਮਨ ਹੋਇਆ ਔਰੰਗਜ਼ੇਬ ਵੱਲ ਨੂੰ ਜਾਣ ਦੀ ਤਿਆਰੀ ਕੀਤੀ। ਹੁਣ ਇਹਦੇ ਵਿੱਚ ਵੱਖ-ਵੱਖ ਚਿੰਤਨ ਅੱਜ ਕੱਲ੍ਹ ਨਵੀਨ ਐਸਾ ਵੀ ਹੈ, ਇਹ ਵੀ ਹੁੰਦਾ ਤਾਂ ਅਕਾਲ ਪੁਰਖ ਦੇ ਭਾਣੇ ਵਿੱਚ ਹੈ। ਗੁਰੂ ਸਾਹਿਬ ਨੇ ਇੱਥੋਂ ਨਾਲ ਲੈ ਕਰਕੇ ਤੁਰੇ ਤੇ ਮਹਾਰਾਜ ਨੇ ਤਾਂ ਇੱਥੋਂ ਤੱਕ ਕਿਹਾ ਸੀ, ਭਾਈ ਡੱਲਿਆ ਸਾਡੇ ਨਾਲ ਚੱਲ, ਤੈਨੂੰ ਦਿੱਲੀ ਦੀ ਬਾਦਸ਼ਾਹੀ ਦਿਵਾਉਣੀ ਹੈ। ਪਰ ਉਹੀ ਗੱਲ ਕਿ ਭੋਲਾ ਜੱਟ ਬਹੁਤੀ ਲੰਮੀ ਨਾ ਸੋਚੀ। ਮਹਾਰਾਜ ਨਹੀਂ, ਮੈਂ ਤਾਂ ਆਪਣੇ ਦੇਸ਼ 'ਚ ਹੀ ਚੰਗਾ। ਮਹਾਰਾਜ ਕਹਿੰਦੇ ਉਹ ਬੜੇ ਮੇਵੇ ਆਉਣਗੇ। ਕਹਿੰਦਾ ਨਾ ਮਹਾਰਾਜ, ਸਾਨੂੰ ਮੋਠ ਬਾਜਰਾ ਹੀ ਚੰਗਾ, ਇੱਥੇ ਹੀ ਠੀਕ ਆ ਮਹਾਰਾਜ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਚੰਗਾ ਤੇਰੀ ਮੌਜ। ਤੋ ਇਸ ਤਰ੍ਹਾਂ ਦੇ ਵੀ ਬਚਨ ਆਉਂਦੇ ਆ ਕਿ ਉਹ ਸਮਾਂ ਗੁਰਮੁਖੋ, ਉਹ ਅਕਾਲ ਪੁਰਖ ਦਾ ਹੁਕਮ ਗੁਰੂ ਦਾ ਭਾਣਾ ਸੀ ਕਿ ਨਹੀਂ ਮੁਲਾਕਾਤ ਹੋਈ ਔਰੰਗੇ ਨਾਲ। ਨਹੀਂ ਕੈਸਾ ਕੀ ਹੁੰਦਾ, ਇਹ ਸਭ ਕੁਝ ਸਮੇਂ ਦਾ ਹੈ। ਤੋ ਇਸ ਤਰ੍ਹਾਂ ਸਤਿਗੁਰਾਂ ਨੇ ਜਦੋਂ ਤਿਆਰੀ ਕਰ ਲਈ, ਇਹ ਬਾਤ ਸੁਣ ਕੇ ਸਾਰਾ ਦੇਸ਼ ਮਾਲਵਾ ਹੁਮ ਹੁਮਾ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਲੱਗਿਆ। ਭਾਈ ਰੂਪੇ ਦੇ ਪੋਤਰੇ ਧਰਮ ਸਿੰਘ, ਪਰਮ ਸਿੰਘ, ਬੁੱਧੂ ਸੁੱਧੂ ਦੀਵਾਨੇ, ਅਬਹਿ ਰਾਮ ਸੋਢੀ, ਅਬਲੂ ਮਹਿਮੇ ਤੋਂ ਦਾਨ ਸਿੰਘ, ਭਾਈ ਗੁਰਬਖਸ਼ ਸਿੰਘ ਬਾਬੇ ਬੁੱਢੇ ਕਾ, ਤੇ ਇਹ ਭਾਈ ਗੁਰਬਖਸ਼ ਤੇ ਪੀਰਾ ਇਸ ਤਰ੍ਹਾਂ ਨੇ, ਭਾਈ ਫੇਰੂ, ਭਾਈ ਸੇਵਾ ਰਾਮ,
ਭਾਈ ਦਿਆਲਾ, ਭਾਈ ਬਹਿਲੋ ਕੇ, ਭਾਈ ਭਗਤੂ ਕੇ ਸਭ ਮਸੰਦ ਆਪੋ ਆਪਣੇ ਪਰਗਣਿਆਂ ਦੀ ਸੰਗਤ ਲੈ ਕੇ ਆਉਣ ਲੱਗੇ ਤੇ ਕਾਰ ਭੇਟਾ ਮਾਇਆ ਚੜਾਉਣ। ਹਰ ਵੇਲੇ ਮੇਲਾ ਲੱਗਿਆ ਰਹੇ। ਇੱਕ ਦਿਨ ਭਾਈ ਦਰਬਾਰੀ, ਘਰਵਾਰੀ ਦੀਵਾਨੇ ਮਹੰਤਾਂ ਨੇ, ਦਰਬਾਰੀ ਤੇ ਘਰਵਾਰੀ ਸੀ, ਦੀਵਾਨੇ ਮਹੰਤ ਸੀ ਨਾ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਸੀਂ ਸੁਣਿਆ ਕਿ ਤੁਸੀਂ ਦੱਖਣ ਦੇਸ਼ ਜਾਣਾ ਚਾਹੁੰਦੇ ਹੋ, ਉਧਰ ਕਾਸ਼ ਨੂੰ ਜਾਣਾ ਹੈ, ਇਸ ਦੇਸ਼ ਵਿੱਚ ਵਿਚਰੋ, ਜਿੱਥੇ ਆਪ ਦੀ ਇੱਛਾ ਹੋਵੇ ਉੱਥੇ ਮਹਾਰਾਜ ਮਹਿਲ ਮਕਾਨ ਹਜੂਰ ਦੇ ਬਣਵਾ ਦਿੰਦੇ ਆ। ਸਾਡਾ 10,000 ਦੀਵਾਨਾ ਸਾਧੂ ਹੈ, ਉਹ ਮਹਾਰਾਜ ਤੁਹਾਡੀ ਟਹਿਲ ਸੇਵਾ ਕਰਨਗੇ। ਜੇ ਕਦੇ ਤੁਰਕ ਹਜੂਰ ਬੰਨੀ ਆਉਣ ਤਾਂ ਅਸੀਂ ਉਹਨਾਂ ਦਾ ਨਾਸ਼ ਕਰਨ ਨੂੰ ਬਥੇਰੇ ਹਾਂ। ਤੁਸੀਂ ਨਿਸ਼ਚਿੰਤ ਬੈਠੇ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੋ, ਜਿੱਤੋਂ ਸਭ ਦਾ ਲੋਕ ਪ੍ਰਲੋਕ ਸੁਧਰਦਾ ਰਹੇ। ਇਸ ਦੇਸ਼ ਵਿੱਚ ਮਹਾਰਾਜ ਤੁਹਾਨੂੰ ਕਿਸੇ ਵਸਤੂ ਦੀ ਤੋਟ ਨਹੀਂ। ਕਈ ਲੱਖ ਸਿੱਖ ਤੁਹਾਡੇ ਇੱਥੇ ਹੁਕਮ ਵਿੱਚ ਹੈ। ਤੁਸੀਂ ਮਹਾਰਾਜ ਕਿਸ ਵਾਸਤੇ ਦੱਖਣ ਨੂੰ ਜਾਂਦੇ ਹੋ? ਜੋ ਕੁਛ ਦੀਵਾਨੇ ਸਾਧਾਂ ਨੇ ਸਲਾਹ ਦਿੱਤੀ, ਇਹੋ ਹੀ ਸਰਦਾਰ ਰਾਮ ਸਿੰਘ, ਚੌਧਰੀ ਤਰਲੋਕ ਸਿੰਘ, ਤਖਤੂ ਸਿੰਘ, ਸਰਦਾਰ ਡੱਲਾ ਸਿੰਘ, ਸਰਦਾਰ ਫਤਿਹ ਸਿੰਘ, ਇਹ ਰਾਮ ਸਿੰਘ, ਤਖਤੂ ਸਿੰਘ, ਫਤਿਹ ਜਿਹੜੇ ਹੈ ਭਾਈ ਭਗਤੂ ਕੇ, ਹੋਰ ਸਾਰੇ ਸਰਦਾਰਾਂ ਨੇ ਹੱਥ ਜੋੜ ਕੇ ਆਖਿਆ, ਸੱਚੇ ਪਾਤਸ਼ਾਹ ਇੱਕ ਅਸੀਂ ਮਲਵਈ ਸਿੱਖ ਹੀ ਇਕੱਲੇ ਨਹੀਂ, ਸਾਰਾ ਪੰਜਾਬ ਆਪ ਜੀ ਦੀ ਟਹਿਲ ਵਿੱਚ ਤਨੋ ਮਨੋ ਹਾਜ਼ਰ ਹੈ। ਦੱਖਣ ਦੇਸ਼ ਔਰੰਗੇ ਵੱਲ ਜਾਣਾ ਚੰਗਾ ਨਹੀਂ। ਉਹ ਦੁਸ਼ਟ ਨੇ ਗੁਰੂ ਤੇਗ ਬਹਾਦਰ ਤੇ ਦੇਖੋ ਸਰਮਦ ਜਿਹੇ ਸੱਚੇ ਪੀਰ ਫਕੀਰ ਔਰ ਆਪਣੇ ਸਕੇ ਸੰਬੰਧੀ ਮਾਰ ਸੁੱਟੇ। ਤੁਸਾਂ ਨਾਲ ਕੀ ਸੁੱਖ ਗੁਜ਼ਾਰੇਗਾ? ਸਗੋਂ ਤੁਸਾਂ ਤਾਂ ਉਹਦੀਆਂ ਫੌਜਾਂ ਦੇ ਆਹੂ ਲਾ ਸੁੱਟੇ ਨੇ, ਤੁਹਾਨੂੰ ਜਾਣਾ ਯੋਗ ਨਹੀਂ। ਜੇਕਰ ਇਹ ਬੇਨਤੀ ਸਾਡੀ ਨਹੀਂ ਮੰਨਦੇ ਤਾਂ ਫਿਰ ਅਸੀਂ ਸਭ ਆਪ ਦੇ ਸਾਥ ਚੱਲਾਂਗੇ। ਬਚਨ ਹੋਇਆ, ਜਿਸ ਦਾ ਮਨ ਮੰਨੇ ਉਹ ਨਿਸ਼ੰਗ ਸਾਡੇ ਸਾਥ ਚੱਲੇ। ਗੁਰੂ ਦਾ ਤੇ ਸਿੱਖ ਸੇਵਕਾਂ ਦਾ ਸਦਾ ਸੰਗ ਬਣਿਆ ਰਹਿਣਾ ਯੋਗ ਹੈ। ਇਹ ਬਚਨ ਸੁਣ ਕੇ ਅਨੇਕਾਂ ਸਿੱਖ ਉਹ ਨਾਲ ਜਾਣ ਵਾਸਤੇ ਖੁਸ਼ ਹੋਏ। ਕੁਝ ਮਨ ਵਿੱਚ ਡਰ ਵੀ ਹੋਇਆ, ਮਨ ਵਿੱਚ ਹੌਲ ਜੇ ਵੀ ਪਏ ਕਿ ਹੁਣ ਗੁਰੂ ਸਾਹਿਬ ਤੋਂ ਵਧਾਈ ਕਿਵੇਂ ਮੰਗੀਏ, ਸਾਥ ਜਾਵਾਂਗੇ ਪਿੱਛੋਂ ਸੰਬੰਧੀਆਂ ਦਾ ਕੀ ਬਣੂ, ਭੁੱਖੇ ਮਰਨਗੇ, ਅਨੇਕਾਂ ਕੰਮ ਵਿਗੜ ਜਾਣਗੇ। ਜੇ ਨਹੀਂ ਜਾਂਦੇ ਗੁਰੂ ਕੇ ਸ਼ਰਾਬ ਤੋਂ ਡਰਦੇ ਆ ਬੜੀ ਔਖੀ ਘਾਟੀ ਵਿੱਚ ਆ ਫਸੇ। ਗੁਰੂ ਸਾਹਿਬ ਨੇ ਸਭ ਦੀਆਂ ਗੱਲਾਂ ਬਾਤਾਂ ਸੁਣ ਕੇ ਆਖਿਆ, ਭਾਈ ਸਿੱਖੋ ਸਾਨੂੰ ਕਿਸੇ ਦਾ ਡਰ ਨਹੀਂ, ਧੀਰਜ ਰੱਖੋ, ਅਕਾਲ ਪੁਰਖ ਨੂੰ ਅੰਗ ਸੰਗ ਸਹਾਈ ਸਮਝੋ। ਔਰੰਗਾ ਹੁਣ ਆਪ ਹੀ ਚੱਲਣ ਨੂੰ ਤਿਆਰ ਹੈ, ਤੁਸੀਂ ਨਿਸੰਗ ਸਾਡੇ ਨਾਲ ਚੱਲੋ, ਤੁਹਾਨੂੰ ਅਸੀਂ ਰਾਜ ਪੁਗਾਵਾਂਗੇ, ਬਾਦਸ਼ਾਹ ਬਣਾਵਾਂਗੇ। ਇਹ ਬਚਨ ਹੋ ਹੀ ਰਹੇ ਸੀ। ਇਹ ਸਿੱਖ ਨੇ ਗੁਰੂ ਸਾਹਿਬ ਜੀ ਅੱਗੇ ਮੱਥਾ ਟੇਕਿਆ ਔਰ ਪੰਥ ਨੂੰ ਆਪਣੀ ਔਰ ਭਾਈ ਦਇਆ ਸਿੰਘ ਜੀ ਸਮੇਤ ਉਹਨਾਂ ਸਿੰਘਾਂ ਵੱਲੋਂ ਫਤਿਹ ਬੁਲਾਈ ਜੋ ਔਰੰਗੇ ਨੂੰ। ਗੁਰੂ ਕਾ ਹੁਕਮ ਜਫਰਨਾਮਾ ਦੇ ਕੇ ਸੰਭਾ ਜੀ ਦੇ ਕੋਲ ਪੂਨੇ ਵਿੱਚ ਪਹੁੰਚੇ ਸਨ। ਉੱਥੇ ਗੁਰੂ ਕੀ ਕਿਰਪਾ ਨਾਲ ਸ਼ਿਵਾਜੀ ਮਰਹੱਟੇ ਦਾ ਪੁੱਤਰ ਸੀ ਸੰਭਾ ਜੀ, ਕਿਉਂਕਿ ਸ਼ਿਵਾਜੀ ਮਰਹੱਟਾ ਜਿਹੜਾ ਹੈ ਉਹ ਤੇ ਵੀ ਮਹਾਰਾਜ ਨੇ ਕਿਰਪਾ ਕੀਤੀ ਸੀ। ਮਰਹੱਟੇ ਅੱਜ ਤੁਸੀਂ ਦੇਖੋ ਮਹਾਰਾਸ਼ਟਰ ਦੇ ਵਿੱਚ ਸ਼ਿਵਾਜੀ ਆ ਜਿਹੜਾ, ਉਹਨੂੰ ਬਹੁਤ ਉਹਦੀ ਮੰਨਤਾ ਹੈ। ਮਰਹੱਟਾ ਸੀ, ਬੜਾ ਯੋਧਾ ਸੀ, ਕਲਗੀਧਰ ਪਾਤਸ਼ਾਹ ਨੇ ਉਹਦੇ ਬਚਨ ਕਿਰਪਾ ਕੀਤੀ। ਉਹਦਾ ਪੁੱਤਰ ਸੀ ਉਸ ਸਮੇਂ ਜਦੋਂ ਮਹਾਰਾਜ ਇੱਥੇ ਦਮਦਮਾ, ਉਹਦਾ ਨਾਂ ਸੀ ਸੰਭਾ ਜੀ ਤੇ ਬਾਲਾ ਜੀ। ਇਹ ਦੋ ਪੁੱਤ ਸਨ, ਬਾਲਾ ਜੀ ਵਿਸ਼ਵਨਾਥ ਤੇ ਸੰਭਾ ਜੀ। ਇਹ ਮਰਹੱਟਿਆਂ ਦੇ ਬਾਦਸ਼ਾਹ ਬਣੇ ਹੋਏ ਸੀ ਤੇ ਵਜ਼ੀਰ ਨਾਲ ਮਿਲ ਕੇ ਜੋ ਕੁਝ ਸਲਾਹ ਕੀਤੀ ਉਹ ਅਰਦਾਸ ਫਿਰ ਭਾਈ ਦਇਆ ਸਿੰਘ ਦੀ ਤੇ ਮੁਰਾਸਲਾ ਸੰਭਾ ਜੀ ਵੱਲੋਂ ਗੁਰੂ ਸਾਹਿਬ ਜੀ ਦੇ ਅੱਗੇ ਰੱਖ ਕੇ ਉਹ ਦੇਸ਼ ਦਾ ਵਰਤਾਰਾ ਤੇ ਮਰਹੱਟਿਆਂ ਦੇ ਦੇਸ਼ ਦੀ ਬਹਾਦਰੀ ਦੀਆਂ ਲੜਾਈਆਂ ਜਿਨ੍ਹਾਂ ਨਾਲ ਅਜੇ ਤੱਕ ਔਰੰਗਜ਼ੇਬ ਲੜ ਰਿਹਾ ਸੀ ਉਹ ਸੁਣਾਈਆਂ, ਜਿਨ੍ਹਾਂ ਨੂੰ ਸੁਣ ਕੇ ਬਹੁਤ ਸੂਰਬੀਰ ਸਿੰਘ ਤਾਂ ਖੁਸ਼ ਹੋਏ। ਪਰ ਜੇ ਕੋਈ ਜਿਹੜੇ ਕੈਰ ਸੀ ਉਹ ਦਲੀਲਾਂ 'ਚ ਪੈ ਗਏ। ਫਿਰ ਜਦੋਂ ਗੁਰੂ ਸਾਹਿਬ ਜੀ ਨੇ ਭਾਈ ਦਇਆ ਸਿੰਘ ਜੀ ਦੀ ਅਰਦਾਸ ਤੇ ਉਸ ਮਰਹੱਟੇ ਸ਼ਿਵਾਜੀ ਦੇ ਪੁੱਤਰ ਸੰਭਾ ਜੀ ਦਾ ਮੁਰਾਸਲਾ ਪੜ੍ਹ ਕੇ ਪ੍ਰਗਟ ਕੀਤਾ ਕਿ ਉਹ ਖਾਲਸੇ ਨਾਲ ਮੇਲ ਕਰਨ ਵਿੱਚ ਬਹੁਤ ਰਾਜੀ ਨੇ, ਬਲਕਿ ਬੜੇ ਉਤਸ਼ਾਹ ਨਾਲ ਇਹ ਆਖਦੇ ਨੇ ਤੇ ਚਾਹੁੰਦੇ ਹਨ ਕਿ ਅਸੀਂ ਖਾਲਸੀ ਦੇ ਅੱਗੇ ਹੋ ਕੇ ਵੈਰੀਆਂ ਨਾਲ ਲੜਾਂਗੇ। ਜੇ ਖਾਲਸਾ ਜੀ ਸਾਡੇ ਨਾਲ ਰਲ ਜੇ ਤਾਂ ਤੁਰਕਾਂ ਦਾ ਨਾਮ ਨਿਸ਼ਾਨ ਵੀ ਭਾਰਤ ਵਰਸ ਵਿੱਚ ਨਾ ਛੱਡੀਏ। ਭਾਵੇਂ ਦੱਖਣ ਦੇਸ਼ ਬੰਨੀ ਜਾਣ ਲਈ ਤਿਆਰ ਹਾਂ,
ਹੁਣ ਸਤਿਗੁਰੂ ਜੀ ਗੁਰੂ ਸਾਹਿਬ ਪਹਿਲਾਂ ਹੀ ਤਿਆਰ ਸਨ, ਪਰ ਹੁਣ ਭਾਈ ਦਇਆ ਸਿੰਘ ਜੀ ਦੀ ਅਰਦਾਸ ਤੇ ਮਰਹੱਟੇ ਰਾਜੇ ਸੰਭਾ ਜੀ ਦਾ ਮੁਰਾਸਲਾ ਆਇਆ। ਮੁਰਾਸਲਾ ਵੀ ਇੱਕ ਤਰ੍ਹਾਂ ਦੀ ਚਿੱਠੀ ਹੁੰਦੀ ਹੈ, ਤੇ ਮਹਾਰਾਜ ਨੇ ਝੱਟ ਤਿਆਰੀ ਦਾ ਹੁਕਮ ਦਿੱਤਾ। ਦੂਜੇ ਦਿਨ ਆਪਣੇ ਮਹਿਲਾਂ ਨੂੰ, ਜੋ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ ਕੌਰ ਉੱਥੇ ਆਏ, ਵੱਡਾ ਧੀਰਜ ਦਿਲਾਸਾ ਕਰਕੇ ਹੁਕਮ ਦਿੱਤਾ, ਤੁਸੀਂ ਦਿੱਲੀ ਜਾ ਰਹੋ, ਸਭ ਸੰਗਤ ਤੁਹਾਡੀ ਸੇਵਾ ਕਰੇਗੀ, ਅਸੀਂ ਜਿੱਥੇ ਠਹਿਰਾਂਗੇ ਫਿਰ ਉੱਥੇ ਤੁਹਾਨੂੰ ਬੁਲਾ ਲਵਾਂਗੇ। ਇਹ ਸੁਣ ਕਰਕੇ ਮਾਈਆਂ ਦੇ ਨੇਤਰ ਕਮਲ ਵਿੱਚੋਂ ਮੋਤੀਆਂ ਦੀਆਂ ਲੜੀਆਂ ਵਾਂਗੂ ਅਥਰੂ ਝਰ ਪਏ। ਭਾਵੇਂ ਉਹ ਆਪਣੇ ਪਤੀ ਜਗਤ ਗੁਰੂ ਤੋਂ ਵੱਖਰਾ ਹੋਣਾ ਨਹੀਂ ਚਾਹੁੰਦੀਆਂ ਸੀ, ਪਰ ਪਤੀ ਸਤਿਗੁਰੂ ਦਾ ਹੁਕਮ ਮੰਨਣਾ ਹੀ ਆਪਣਾ ਪਰਮ ਧਰਮ ਸਮਝ ਕੇ ਲਾਚਾਰੀ ਨੂੰ ਤਿਆਰ ਹੋ ਗਈਆਂ। ਤੇ ਸਾਥ ਭਾਈ ਮਨੀ ਸਿੰਘ ਜੀ ਤੇ ਮੁਨਸ਼ੀ ਸਾਹਿਬ ਚੰਦ ਜੀ ਨੂੰ ਤਿਆਰੀ ਦਾ ਹੁਕਮ ਹੋ ਗਿਆ। ਦੂਸਰੇ ਦਿਨ ਅੰਮ੍ਰਿਤ ਵੇਲੇ ਟਹਿਲਣਾ ਤੇ ਅਸਬਾਬ ਸਮੇਤ ਉਹਨਾਂ ਕੂਚ ਕਰ ਦਿੱਤਾ। ਗੁਰੂ ਸਾਹਿਬ ਨੇ ਵੀ ਅਗਲੇ ਭਲਕ ਸਾਰਾ ਅਸਬਾਬ ਨਾਲ ਲੈ ਜਾਣ ਵਾਸਤੇ ਲੰਗਰ ਦੇ ਬਰਤਨ ਵਗੈਰਾ ਦੇਖ ਦੇਖ ਕੇ ਬਣਵਾ ਲਏ। ਭਾਈ ਡੱਲਾ ਸਿੰਘ ਨੇ 5 ਊਠ ਬਹੁਤ ਚੰਗੇ ਭਾਰ ਬਰਦਾਰੀ ਲਈ ਤੇ 2 ਤੰਬੂ ਕਨਾਤਾਂ ਹਾਜ਼ਰ ਕੀਤੀਆਂ। ਗੁਰੂ ਸਾਹਿਬ ਨੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਸਥਾਨ ਲਗਵਾ ਕਰ ਦੇਖੇ ਤੇ ਰਾਤ ਨੂੰ ਉੱਥੇ ਨਿਵਾਸ ਕੀਤਾ। ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਹਰਦਿੱਤ ਸਿੰਘ, ਭਾਈ ਸੰਤੋਖ ਸਿੰਘ, ਭਾਈ ਦਾਨ ਸਿੰਘ ਬਰਾੜ ਦਾ ਪੁੱਤ ਬੇਟਾ ਗੁਰਬਖਸ਼ ਸਿੰਘ, ਇਹ ਪਹਿਰੇ ਤੇ ਕਾਇਮ ਨੇ। ਭਾਈ ਅਭੈ ਸਿੰਘ, ਇਹ ਬਾਬੇ ਕੌਲ ਰਾਏ ਸੋਢੀ ਦਾ ਪੋਤਰਾ, ਜਿਹਨੂੰ ਗੁਰੂ ਸਾਹਿਬ ਅੰਮ੍ਰਿਤ ਪਾਉਣ ਦੇ ਯੋਗ ਭਾਂਡਾ ਵਰਣਨ ਕਰਦੇ ਬਹੁਤ ਪਿਆਰਾ ਰੱਖਦੇ ਸੀ। ਜਿਸ ਦਿਨ ਤੋਂ ਇਹ ਉਸ ਦੋਵੇਂ ਪੁੱਤਰ ਬਰਾੜਾਂ ਦੀ ਲੜਾਈ ਵਿੱਚ ਮਾਰੇ ਗਏ ਸੀ, ਉਹ ਉਦਾਸ ਹੋ ਕੇ ਗੁਰੂ ਸਾਹਿਬ ਦੇ ਕੋਲ ਹੀ ਦਮਦਮੇ ਆ ਰਿਹਾ ਸੀ। ਉਸੇ ਨਾਲ ਦਰਬਾਰੀ, ਕਰਬਾਰੀ, ਸੁੱਧੂ, ਬੁੱਧੂ, ਇਹ ਦੀਵਾਨੇ ਮਹੰਤ ਜਮਾਤ ਸਮੇਤ ਆਏ ਤੇ ਗੁਰੂ ਕਾ ਦੱਖਣ ਨੂੰ ਜਾਣਾ ਸੁਣ ਕੇ ਅਭੈ ਸਿੰਘ ਸੋਢੀ, ਇਹਦੀ ਸਿਧਾਣੀ ਨੇ ਦੀਵਾਨੇ ਸਾਧਾਂ ਨੂੰ ਆਖ ਕੇ ਭੇਜਿਆ, ਜਿਉਂ ਤਿਉਂ ਕਰਕੇ ਤੁਸੀਂ ਸੋਢੀ ਨੂੰ ਘਰ ਲੈ ਆਓ। ਇੱਕ ਦਿਨ ਅਭੈ ਸਿੰਘ ਨੂੰ ਉਦਾਸ ਵੇਖ ਕੇ ਗੁਰੂ ਸਾਹਿਬ ਨੇ ਆਖਿਆ, ਅਭੈ ਸਿੰਘ, ਗੁਰੂ ਹਰਿਰਾਏ ਜੀ ਦਾ ਬਚਨ ਹੈ ਕਿ ਗੁਰੂ ਨਾਨਕ ਦੇਵ ਦਾ ਜਿਹੜਾ ਜਹਾਜ਼ ਹੈ ਉਹ ਪਾਟ ਗਿਆ ਹੈ। ਜੇ ਮਹਾਰਾਜ ਨੇ ਕੀਰਤਪੁਰ ਸਾਹਿਬ ਬਚਨ ਕੀਤੇ ਸੀ, ਉੱਚੇ ਖੜ ਕੇ ਜਦੋਂ ਦੇਖਣਾ। ਪੁੱਛਿਆ 7ਵੇਂ ਪਾਤਸ਼ਾਹ ਨੂੰ, ਮਹਾਰਾਜ ਕੀ ਵੇਖਦੇ ਹੋ? ਮਹਾਰਾਜ ਨੇ ਸਤਲੁਜ ਵੱਲ ਨਿਗਾਹ ਕਰੀ ਰੱਖੀ। ਮਹਾਰਾਜ ਕੀ ਵੇਖਦੇ? ਮਹਾਰਾਜ ਕਹਿੰਦੇ ਜਹਾਜ਼ ਵੇਖਦੇ ਆ, ਟੋਟੇ ਹੋ ਗਿਆ, ਪਾਟ ਗਿਆ। ਅਭੈ ਸਿੰਘ ਹੁਣ ਦੱਸ, ਪਰ ਨਾਲ ਹੀ ਕਿਹਾ, ਮਹਾਰਾਜ ਹੁਣ ਗੁਰੂ 7ਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਕਿ 10ਵਾਂ ਗੁਰੂ ਪੰਥ ਖਾਲਸਾ ਰਚ ਕੇ ਇਹ 8 ਖੰਡ ਹੋਏ ਜਹਾਜ਼ ਨੂੰ ਵੀ ਜੋੜ ਮੇਲ ਕੇ ਸਾਬਤ ਕਰ ਲੂਗਾ। ਸੋ ਭਾਈ ਮਹਾਰਾਜ ਕਹਿੰਦੇ ਕੋਈ ਨਾ, ਤੂੰ ਉਦਾਸ ਨਾ ਹੋ, ਅਸੀਂ ਖਾਲਸੇ ਨੂੰ ਰਾਜ ਤੇ ਜੋਗ ਦੋਵੇਂ ਭਗਾਉਣੇ ਆ, ਤੈਨੂੰ ਸਾਰੇ ਪੰਥ ਦਾ ਪੂਜ ਕਰਾਵਾਂਗੇ। ਕੋਈ ਇਹੋ ਜਿਹਾ ਬਥੇਰਾ ਦਿਲਾਸਾ ਧੀਰਜ ਦਿੱਤਾ, ਪਰ ਉਹ ਐਸਾ ਡਰਿਆ, ਕਿਉਂਕਿ ਕੁਝ ਲਿਖਾਰੀਆਂ ਲਿਖਿਆ ਕਿ ਇਹ ਇੱਕ ਪੋਤਾ ਜਿਹੜਾ ਸੀ ਸੋਢੀ ਕੌਲ ਰਾਹੇ ਦਾ ਮੁਕਤਸਰ ਜੰਗ ਵਿੱਚ ਸ਼ਹੀਦ ਹੋਇਆ, ਇਹ ਦੂਸਰਾ ਪੋਤਾ ਸੀ। ਪਰ ਜਿਵੇਂ ਵੀ ਹੈ ਤੋ ਉਸ ਐਸਾ ਡਰਿਆ ਕਿ ਰਾਤ ਨੂੰ ਆਪਣਾ ਮੰਜਾ ਦੀਵਾਨਿਆਂ ਤੋਂ ਚੁਕਾ ਕੇ ਦਸੀ ਕੋਹੀ ਜਾ ਕੇ ਦਮ ਲਿਆ। ਇਧਰ ਅੰਮ੍ਰਿਤ ਵੇਲੇ ਗੁਰੂ ਸਾਹਿਬ ਨੇ ਜਦ ਉਹਨੂੰ ਬੁਲਾਇਆ ਤਾਂ ਜਿਹੜਾ ਬੇਨਵਾ ਫਕੀਰ ਗੁਰੂ ਕੇ ਵਹੀਰ ਚ ਰਿਹਾ ਕਰਦਾ ਸੀ, ਇੱਕ ਉਹਨੇ ਆਵਾਜ਼ ਦਿੱਤੀ, ਦਰਬਾਰੀ ਨਾ ਘਰ ਬਾਰੀ, ਸੁੱਧੂ ਬੁੱਧੂ ਗਏ ਸਭ ਉਧੂ, ਬੁੱਧੂ ਸੋਢੀ ਗਿਆ ਉਹਨਾਂ ਦੇ ਮੋਢੀ। ਇਹ ਬਾਤ ਸੁਣ ਕੇ ਗੁਰੂ ਸਾਹਿਬ ਨੇ ਬਚਨ ਕੀਤਾ, ਸੋਢੀ ਦੀਵਾਨੇ ਗਹਿਲੇ ਗਏ ਸਰਬ ਤੋਂ ਪਹਿਲੇ। ਦਿਨ ਚੜ੍ਹੇ, ਡੱਲਾ ਸਿੰਘ ਨੂੰ ਹੁਕਮ ਹੋਇਆ, ਟਲਦਾ ਨਾ, ਫਿਰ ਤਿਆਰੀ ਕਰ। ਉਹਨੇ ਬੇਨਤੀ ਕੀਤੀ, ਗੁਰੂ ਜੀ ਇਹਨਾਂ ਝਾੜਾਂ ਦਾ ਜਿਨ੍ਹਾਂ ਨੂੰ ਤੁਸਾਂ ਵਸਣ ਦਾ ਵਰ ਦਿੱਤਾ ਹੈ, ਹੁਣ ਇੱਥੇ ਮੇਰੇ ਬਿਨਾਂ ਰਾਖਾ ਕੋਈ ਨਹੀਂ, ਮੇਰੇ ਗਏ ਪਿੱਛੋਂ ਉੱਜੜ ਜਾਣਗੇ। ਬਚਨ ਹੋਇਆ, ਡੱਲਾ ਸਿੰਘਾ ਝਾੜ ਤੇ ਪਿੰਡ ਤਾਂ ਵਸਦੇ ਹੀ ਰਹਿਣੇ ਆ, ਇਹ ਦੇਹ ਨਹੀਂ ਰਹਿਣੀ। ਇਹਨਾਂ ਦੀ ਮਾਲਕੀ ਕਰ ਕਰਕੇ ਬੇਅੰਤ ਲੋਕ, ਵੱਡੇ ਵੱਡੇ ਰਾਜੇ ਚਲੇ ਗਏ। ਭਾਈ ਤੂੰ ਕਿਉਂ ਮਾਇਆ ਦੇ ਜਾਲ ਵਿੱਚ ਫਸਦਾ ਹੈ?
ਆਪ ਨੂੰ ਸੰਸਾਰ ਦਰਿਆ ਦੇ ਪਾਣੀ ਦਾ ਬੁਦਬੁਦਾ ਸਮਝ ਕੇ ਸੰਬੰਧੀਆਂ ਦੇ ਗੁਜ਼ਾਰੇ ਦੀ ਚਿੰਤਾ ਨਾ ਕਰ, ਸਭ ਦਾ ਪਾਲਣ ਕਰਨ ਵਾਲਾ ਪਰਮੇਸ਼ਰ ਹੈ। ਸੁਣ ਡੱਲਾ ਸਿੰਘਾ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲੇ ਇੱਕ ਕਸੂਰੀ ਸਿੱਖ ਦਰਸ਼ਨ ਕਰਨ ਵਾਸਤੇ ਸਦਾ ਆਇਆ ਕਰਦਾ ਸੀ ਤੇ ਆਇਆ ਗੁਰੂ ਕਾ ਮੰਦਰ ਬਣਦਾ ਸੀ। ਉਹਨੂੰ 8 ਦਿਨ ਟਹਿਲ ਕਰਨ ਲਈ ਗੁਰੂ ਸਾਹਿਬ ਨੇ ਰੱਖਣਾ ਚਾਹਿਆ। ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਮੈਂ ਛਾਬੜੀ ਵੇਚ ਕੇ ਬਾਲ ਬੱਚੇ ਨੂੰ ਜੋ 7-8 ਜਨ ਪਾਲਦਾ ਹੈ, ਇੱਕ ਦਿਨ ਜੋਗਾ ਅੰਨ ਦੇ ਕੇ ਆਇਆ ਸੀ। ਜੇ ਕੱਲ ਨੂੰ ਮੈਂ ਜਾ ਕੇ ਕਮਾ ਕੇ ਦਿਆਂਗਾ ਤਾਂ ਖਾ ਕੇ ਬਚਣਗੇ, ਨਹੀਂ ਉਹ ਵੀ ਮਰ ਜਾਣਗੇ। ਗੁਰੂ ਮਹਾਰਾਜ ਨੇ ਫਰਮਾਇਆ, 6ਵੇਂ ਪਾਤਸ਼ਾਹ ਨੇ 10ਵੇਂ ਪਾਤਸ਼ਾਹ ਸੁਣਾਉਂਦੇ ਆ ਸਾਖੀ, ਕਹਿੰਦੇ ਸਿੱਖਾ ਪਰਮੇਸ਼ਰ ਸਭ ਦੀ ਪਾਲਣਾ ਕਰਦਾ ਹੈ, ਤੂੰ ਚਿੰਤਾ ਨਾ ਕਰ। 5ਵੇਂ ਪਾਤਸ਼ਾਹ ਦਾ ਬਚਨ ਹੈ, ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਸਿੱਖ ਬੋਲਿਆ, ਹੀਲੇ ਰਿਜਕ ਬਹਾਨੇ, ਵੀ ਹੀਲਾ ਹੋਵੇ, ਹੀਲੇ ਰਿਜਕ ਬਹਾਨੇ ਮੌਤ। ਇਉਂ ਆਖਦੇ ਆ ਉਹਨਾਂ ਨੂੰ ਵੀ ਮੇਰਾ ਹੀ ਆਸਰਾ ਹੈ। ਜਦੋਂ ਕਿਸੇ ਤਰ੍ਹਾਂ ਠਹਿਰਦਾ ਨਾ ਦੇਖਿਆ, ਗੁਰੂ ਸਾਹਿਬ ਨੇ ਸਾਰੀ ਸੰਗਤ ਨੂੰ ਭਰੋਸਾ ਦ੍ਰਿੜ ਕਰਵਾਉਣ ਵਾਸਤੇ ਉਹਨੇ ਆਖਿਆ, ਸਿੱਖਾ ਜੇ ਤੂੰ ਨਹੀਂ ਠਹਿਰਦਾ ਨਾ ਤਾਂ ਤੇਰੇ ਰਾਹ ਵਿੱਚ ਪੱਟੀ ਨਗਰ ਹੈ, ਸਾਡੀ ਚਿੱਠੀ ਉੱਥੇ ਸਿੱਖਾਂ ਨੂੰ ਦਿੰਦਾ ਜਾਈਂ। ਉਹਨੇ ਆਖਿਆ ਜੀ 7 ਵਾਰ। ਗੁਰੂ ਕਿਆ ਨੇ ਉਹਨੂੰ ਚਿੱਠੀ ਲਿਖਤੀ, ਲਿਖ ਕੇ ਦੇਤਾ। ਚਿੱਠੀ 'ਚ ਲਿਖਿਆ ਕਿ ਸਿੱਖ ਨੂੰ 6 ਮਹੀਨੇ ਨਹੀਂ ਇੱਥੋਂ ਜਾਣ ਦੇਣਾ। ਜਦੋਂ ਚਿੱਠੀ ਲੈ ਕੇ ਜਾ ਕੇ ਦੇਖੀ, ਸਿੱਖਾਂ ਨੇ ਪੜ੍ਹ ਕੇ ਉਹਨੂੰ ਫੜ ਲਿਆ, ਉੱਥੇ ਬਥੇਰਾ ਰੋ ਪਿੱਟ ਰਿਹਾ, ਸੰਗਲ ਲਾ ਤੇ ਸੇਵਾ ਕਰਦੇ ਰਹੇ। ਉਧਰ ਉਹਦੇ 4 ਪੁੱਤ, ਛੋਟੇ 2 ਬੇਟੀਆਂ ਸੀ ਤੇ ਇੱਕ ਘਰ ਵਾਲੀ, ਇੱਕ ਉਹਦੀ ਮਾਈ। 2 ਦਿਨ ਤਾਂ ਉਹਨਾਂ ਨੇ ਸਿੱਖ ਨੂੰ ਉਡੀਕਿਆ, ਅੰਨ ਪਕਾ ਕੇ ਖਾਧਾ। ਚੌਥੇ ਦਿਨ ਫਿਰ ਫਾਕਾ ਕੱਟਿਆ, ਤਾਂ ਫਿਰ ਆਲੇ ਦੁਆਲੇ ਪੜੋਸੀਆਂ ਨੇ ਤਰਸ ਖਾ ਕੇ 5-5 ਸੇਰ ਅੰਨ ਘਰ ਘਰ ਤੋਂ ਇਕੱਠਾ ਕਰਤਾ। ਸਿੱਖ ਨੂੰ ਤਿਆਗ ਗਿਆ ਵੀ ਉਹ ਤਾਂ ਲੱਗਦਾ ਦੁਨੀਆ ਤੋਂ ਚਲਿਆ ਗਿਆ, ਜਿਹੜਾ ਮੁੜ ਕੇ ਨਹੀਂ ਆਇਆ। ਸਮਝ ਕੇ ਸਾਰੇ ਜੀਓ ਮਿਹਨਤ ਮਜ਼ਦੂਰੀ ਕਰਨ ਲੱਗ ਪਏ ਘਰ ਦੇ, ਵੀ ਹੁਣ ਆਪਾਂ ਨੂੰ ਹੀ ਕਰਨਾ ਪਊ ਕੁਛ ਨਾ ਕੁਛ। ਕੁਦਰਤ ਨਾਲ ਉਹਨਾਂ ਦੇ ਘਰੋਂ ਸੱਪ ਨਿਕਲਿਆ, ਸਿੱਖ ਦੇ ਪੁੱਤ ਨੇ ਮਾਰ ਕੇ ਕੋਠੇ ਤੇ ਸਿੱਟਤਾ। ਕਿਸੇ ਰਾਜੇ ਦੀ ਰਾਣੀ ਦਾ ਜੜਾਊ ਹਾਰ ਕੋਈ ਚੀਲ ਚੁੱਕ ਕੇ ਫਿਰਦੀ ਭੌਂਦੀ ਭੌਂਦੀ ਸੱਪ ਚੁੱਕ ਕੇ ਲੈ ਗਈ ਤੇ ਹਾਰ ਉੱਥੇ ਛੱਡ ਗਈ। ਉਹ ਸਿੱਖਣੀ ਕੋਠੇ ਤੇ ਗਈ, ਦੇਖ ਕੇ ਚੁੱਕ ਲਿਆਈ, ਜੌਹਰੀ ਨੂੰ ਦਿਖਾਇਆ। ਉਹ ਧਰਮੀ ਸੀ ਜੌਹਰੀ, ਉਹਨੇ 1.25 ਲੱਖ ਰੁਪਈਆ ਉਸ ਸਮੇਂ ਮੁੱਲ ਪਾਇਆ। ਤੇ ਐਸਾ ਹੋਇਆ 1.25 ਲੱਖ ਉਹਨਾਂ ਸਮਿਆਂ ਵਿੱਚ ਤਾਂ ਸੈਂਕੜੇ ਰੁਪਈਏ ਵਾਧੂ ਸੀ। ਇੰਨੇ ਪੈਸੇ ਮਿਲ ਗਏ, ਉਹ ਸਿੱਖਣੀ ਨੇ ਹਵੇਲੀ ਬਣਾ ਲਈ, ਜੇਵਰ ਖਰੀਦ ਲਏ, ਬਸਤਰ ਖਮੀਰੇ, ਪੂਰੀ ਅਮੀਰੀ ਠਾਠ ਬਾਟ ਬਣ ਗਈ। ਬਹਾਰਾਂ ਕਰਨ ਲੱਗੇ, ਤਦ ਨੂੰ ਇੱਧਰ 6 ਮਹੀਨੇ ਪੂਰੇ ਹੋ ਗਏ। ਸਿੱਖ ਛੁੱਟ ਕੇ ਇਹ ਚਤਾਰਦਾ ਹੋਇਆ ਵੀ ਘਰ ਵਾਲੀ ਭੁੱਖੀ ਮਰਦੀ, ਘਰ ਵੇਚ ਕੇ ਕਿਧਰੇ ਚਲੀ ਗਈ ਹੋਣੀ ਹੈ। ਜਾਂ ਪਿੰਡ ਵਾਲਿਆਂ ਜਦੋਂ ਇੱਥੇ ਆਇਆ, ਪਤਾ ਨਹੀਂ ਕੀ ਪਰਿਵਾਰ ਨਾ ਹੋਇਆ ਹੋ, ਤਾਂ ਜਦੋਂ ਪਿੰਡ ਵੜਿਆ ਸਾਰੇ ਵਧਾਈਆਂ ਜੀ ਵਧਾਈਆਂ। ਪਹਿਲਾਂ ਤਾਂ ਉਹਨੇ ਮਸਕਰੀ ਜੀ ਸਮਝੀ ਤੇ ਫਿਰ ਸਾਰੀ ਕਥਾ ਸਿੱਖਣੀ ਤੋਂ ਸੁਣੀ। ਤਦ ਉਸ ਵਕਤ ਗੁਰੂ ਸਾਹਿਬ ਕੀ ਆ ਕੇ ਚਰਨੀ ਲੱਗਿਆ, ਸੋਸੇ ਵਾਂਗੂ ਭਾਈ ਡੱਲ ਸਿੰਘਾ ਤੂੰ ਵੀ ਦੇਸ਼ ਦਾ ਹੱਫਾ ਬਣ ਰਿਹਾ, ਇਹ ਤੇਰੇ ਆਸਰੇ ਨਹੀਂ ਸਭ ਅਕਾਲ ਪੁਰਖ ਦੇ ਹੈ। ਇਹ ਸਾਖੀ ਸੁਣ ਕੇ ਡੱਲਾ ਸਿੰਘ 2 ਚਿੱਤੀ ਹੋਇਆ, ਤੁਰ ਤੇ ਪਿਆ, ਪਰ ਮਨ ਰੂਪੀ ਝੰਡਾ ਇਹਦਾ ਫਰਰਾ ਜਿਹੜਾ ਝੰਡੇ ਦਾ ਡੋਲਦਾ ਨਾ, ਬਾਰ-ਬਾਰ ਨਿਸ਼ਾਨ ਸਾਹਿਬ ਦੇ ਉੱਤੇ ਲੱਗਿਆ ਫਰਰਾ, ਇਹਦਾ ਮਨ ਫਿਰ ਡੋਲਦਾ ਰਿਹਾ। ਐਸਾ ਮਨ ਦੇ ਵਿੱਚ ਹੋਇਆ ਕਿ ਅਖੀਰ ਗੁਰੂ ਸਾਹਿਬ ਜੀ 9 ਮਹੀਨੇ 9 ਦਿਨ 9 ਪਹਿਰ 9 ਪਲ ਦਮਦਮਾ ਸਾਹਿਬ ਗੁਜ਼ਾਰ ਕੇ ਕਾਤਕ ਸੁਦੀ ਪੰਚਵੀਂ ਸੰਮਤ 1763 ਵਿਕਰਮੀ ਨੂੰ ਅੰਮ੍ਰਿਤ ਵੇਲੇ ਚੜ੍ਹਾਈ ਦਾ ਨਗਾਰਾ ਵਜਵਾ ਕੇ ਚੜ੍ਹ ਬੈਠੇ। 7 ਕੋ ਕੇਵਲ ਪਿੰਡ ਆਉਂਦਾ, ਕੇਵਲ ਪਿੰਡ ਦਾ ਨਾਂ ਉੱਥੇ ਉਤਰੇ। ਭਾਈ ਰੂਪੇ ਦੇ ਪੋਤਰੇ ਧਰਮ ਸਿੰਘ ਭਰਮ ਸਿੰਘ, ਭਾਈ ਭਗਤੂ ਕੇ ਰਾਮ ਸਿੰਘ ਫਤਿਹ ਸਿੰਘ, ਸਾਬੋ ਕਾ ਸਰਦਾਰ ਡੱਲਾ ਸਿੰਘ, ਬਹੁਤ ਨਾਮੀ ਸਿੰਘ ਉੱਥੇ ਹਾਜ਼ਰ ਹੋਏ। ਲੰਗਰ ਤਿਆਰ ਕਰਾਇਆ, ਛਕ ਛਕਾ ਕੇ ਬਰਾਜੇ। ਅਗਲੇ ਦਿਨ ਉੱਥੋਂ 5 ਕੋ ਝੋਰੜ ਪਿੰਡ ਰਹੇ। ਭਾਈ ਧਰਮ ਸਿੰਘ ਆਦਿਕ ਸਾਰੇ ਸਿੱਖ ਜਥਾਯੋਗ ਸੇਵਾ 'ਚ ਲੱਗੇ ਰਹੇ। ਉੱਥੋਂ ਅੱਗੇ 6 ਕੋ ਝੰਡੋ ਪਿੰਡ ਰਾਤ ਰਹੇ। ਰਾਮ ਸਿੰਘ ਭਗਤੂ ਕੇ ਨੇ ਬੇਨਤੀ ਕੀਤੀ, ਸਤਿਗੁਰੂ ਫਤਿਹ ਸਿੰਘ ਨੂੰ ਆਗਿਆ ਦਿਓ, ਪਿੱਛੇ ਘਰ ਦਾ ਕਾਰਵਾਰ ਸੰਭਾਲੇ, ਮੈਂ ਨਾਲ ਚੱਲੂ।
ਬਚਨ ਹੋਇਆ ਕਪਟ ਭਰੀ ਬਾਣੀ ਕਿਉਂ ਬੋਲਦਾ ਹੈ? ਤੁਸੀਂ ਆਪੇ ਹੀ ਚਲੇ ਜਾਓਗੇ। ਉਹੀ ਬਾਤ ਹੋਈ। ਤੇ ਫਤਿਹ ਸਿੰਘ ਪਹਿਲੀ ਰਾਤ ਹੀ ਪੱਤਰਾ ਹੋਇਆ ਤੇ ਜਿਹੜਾ ਡੱਲ ਸਿੰਘ ਸੀ ਇਹ ਵੀ ਗੁਰੂ ਕੇ ਡੇਰੇ ਦੀ ਪਰਕਰਮਿਆਂ ਕਰਕੇ ਤਲਵੰਡੀ ਦੇ ਰਾਹ ਪੈ ਗਿਆ। ਇਹਨਾਂ ਸਰਦਾਰਾਂ ਨੂੰ ਜਾਂਦੇ ਵੇਖ ਕੇ ਬਹੁਤ ਸਿੰਘ ਵੀ ਪਿਛਾਂਹ ਮੁੜੇ। ਜਦੋਂ ਅੰਮ੍ਰਿਤ ਵੇਲੇ ਗੁਰੂ ਸਾਹਿਬ ਨੇ ਆਵਾਜ਼ ਮਾਰੀ, ਉਹ ਬੇਨਵਾ ਫਕੀਰ ਜਿਹਨੇ ਸਾਰਿਆਂ ਨੂੰ ਜਾਂਦੇ ਹੈ ਵੇਖਿਆ, ਸਤਿਗੁਰੂ ਤੁਸੀਂ ਕਿਹਨੂੰ ਬੁਲਾਉਨੇ? ਇੱਥੇ ਨਾ ਡੱਲਾ ਨਾ ਮੱਲਾ, ਅੱਲਾ ਹੀ ਅੱਲਾ ਗੁਰੂ ਇਕੱਲਾ। ਇਹ ਸੁਣ ਕੇ ਸਤਿਗੁਰੂ ਚੁੱਪ ਗਏ। ਦੇਖੋ ਭਾਈ, ਰਾਏ ਡੱਲਾ ਸਿੰਘ ਗੁਰੂ ਕੇ ਚਰਨਾਂ ਵਿੱਚ ਪੀੜੀ ਜਿੰਨੀ ਥਾਂ ਮੰਗਦਾ ਹੁੰਦਾ ਸੀ, ਹੁਣ ਗਿੱਠ ਭਰਦਾ ਵੀ ਦਾਅਵੇਦਾਰ ਨਾ ਰਿਹਾ। ਇਹੋ ਜਿਹੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤੇ। ਫਿਰ ਵੀ ਬੜੀਆਂ ਬਖਸ਼ਿਸ਼ਾਂ ਉਹਨਾਂ ਤੇ ਮਹਾਰਾਜ ਨੇ ਕੀਤੀਆਂ। ਹੁਣ ਟਾਈਮ ਹੋ ਗਿਆ ਸਮਾਪਤੀ ਦਾ। ਬਾਕੀ ਹੁਣ ਦੱਖਣ ਦੇਸ਼ ਦੀ ਯਾਤਰਾ ਦਾ ਪ੍ਰਸੰਗ ਜਿਹੜਾ ਸਾਖੀਆਂ ਆਪਾਂ ਅੱਗੇ ਸਰਵਣ ਕਰਾਂਗੇ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ। ਉਚਾਰਨ ਕਰੋ ਜੀ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।